ਐਡਮਿਨਿਸਟ੍ਰੇਸ਼ਨ ਚ ਹੁੰਦੇ ਹੋ, ਵੈਨ ਯੂ ਆਰ ਪਾਰਟ ਆਫ ਐਨੀ ਸਿਸਟਮ, ਤਾਂ ਜ਼ਿਆਦਾਤਰ ਜਿਹੜੀ ਲੀਗਲਾਈਜ਼ਡ ਔਰ ਜਿਹੜੀ ਮੈਂਡੇਟਰੀ ਕਮਿਊਨੀਕੇਸ਼ਨ ਹੈ ਉਹ ਰਿਟਨ ਹੁੰਦੀ ਹੈ। ਕੋਈ ਇੰਸਟਰਕਸ਼ਨ ਦੇਣੀਆਂ ਨੇ, ਕੋਈ ਡਿਊਟੀ ਲਿਸਟ ਬਣਨੀ ਹੈ, ਕੋਈ ਤੁਹਾਨੂੰ ਡਿਪਾਰਟਮੈਂਟ ਹੈਂਡ ਓਵਰ ਕਰਨਾ ਹੈ, ਕੋਈ ਹੋਰ ਚੀਜ਼ਾਂ, ਉਹ ਸਾਰੀਆਂ ਰਿਟਨ ਹੁੰਦੀਆਂ ਨੇ ਔਰ ਉਹ ਕਮਿਊਨੀਕੇਸ਼ਨ ਬੜੀ ਫੇਅਰ ਔਰ ਮਤਲਬ ਬੜੀ ਕਲੀਅਰ ਹੁੰਦੀ ਹੈ, ਉਹਦੇ ਵਿੱਚ ਕੋਈ ਐਂਬੀਗੁਇਟੀ ਨਹੀਂ ਹੁੰਦੀ। ਪਰ ਜ਼ਿਆਦਾਤਰ ਜਿਹੜੀ ਨੌਨ ਵਰਬਲ ਜਿਹੜੀ ਹੈਗੀ ਆ ਵਰਬਲ ਕਮਿਊਨੀਕੇਸ਼ਨ, ਉਸ ਦੀ ਗੱਲ ਜਦੋਂ ਅਸੀਂ ਕਰਦੇ ਆ ਰਿਟਨ ਤੋਂ ਬਿਨਾ, ਕਦੋਂ ਕੋਈ ਹੈਡ ਜਿਹੜਾ ਹੈ ਨੌਨ ਵਰਬਲ ਜਾਂ ਸੌਰੀ ਵਰਬਲ ਜਿਹੜੀ ਕਮਿਊਨੀਕੇਸ਼ਨ ਹੈ ਉਸ ਨੂੰ ਅਡਾਪਟ ਕਰ ਲੈਂਦਾ, ਉਹਦੇ ਵਿੱਚ ਦੋ ਤਿੰਨ ਕਾਰਨ ਹੋਇਆ ਕਰਦੇ ਆ ਵਰਬਲ ਕਮਿਊਨੀਕੇਸ਼ਨ ਦੇ। ਪਹਿਲੀ ਕਮਿਊਨੀਕੇਸ਼ਨ ਤਾਂ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਸਕਰੂਟਨੀ ਹੁੰਦੀ ਹੈ ਇੰਟਰਵਿਊ ਦੇ ਟਾਈਮ। ਦੂਸਰੀ ਉਦੋਂ ਹੁੰਦੀ ਹੈ ਜਦੋਂ ਕੋਈ ਤੁਸੀਂ ਫੇਸ ਟੂ ਫੇਸ ਮੀਟਿੰਗ ਕਰਦੇ ਹੋ। ਤੀਸਰੀ ਉਦੋਂ ਹੁੰਦੀ ਹੈ ਜਦੋਂ ਕੋਈ ਜਿਹੜੀ ਹੈ ਕਿਸੇ ਤਰ੍ਹਾਂ ਦੀ ਪਲਾਨਿੰਗ ਵਾਸਤੇ ਕੋਈ ਬੋਰਡ ਜਾਂ ਕੋਈ ਕਮੇਟੀ ਜਿਹੜੀ ਹੈ ਉਹ ਗੈਦਰਿੰਗ ਕਰਦੀ ਹੈ। ਪਰ ਇਸ ਤੋਂ ਬਿਯੋਂਡ ਜਾ ਕੇ ਜਿਹੜੀ ਗੱਲ ਮੇਰੇ ਦਿਮਾਗ 'ਚ ਆਈ, ਜਿਸ ਕਰਕੇ ਮੈਨੂੰ ਦੁਬਾਰਾ ਕਰ ਰਿਹਾ, ਉਹ ਇਹ ਹੈ ਕਿ ਜਦੋਂ ਕੋਈ ਇਲੀਗਲ ਕੰਮ ਕਰਵਾਉਣਾ ਹੁੰਦਾ ਹੈ, ਜਦੋਂ ਕੋਈ ਆਊਟ ਆਫ ਦਾ ਵੇ ਜਾ ਕੇ, ਆਊਟ ਆਫ ਦਾ ਬਾਕਸ ਜਾ ਕੇ ਕੋਈ ਕੰਮ ਕਰਵਾਉਣਾ ਹੁੰਦਾ, ਤਾਂ ਹਮੇਸ਼ਾ ਜਿਹੜਾ ਤੁਹਾਡਾ ਹਾਈ ਅਥਾਰਟੀ ਹੈ ਉਹ ਤੁਹਾਨੂੰ ਵਰਬਲ ਕਮਿਊਨੀਕੇਟ ਕਰਦੀ ਹੈ, ਰਿਟਨ 'ਚ ਕੁਝ ਨਹੀਂ ਦਿੰਦੀ। ਤੁਸੀਂ ਫਿਲਮਾਂ 'ਚ ਵੀ ਬੜੀ ਵਾਰ ਦੇਖਿਆ ਹੋਵੇਗਾ, ਕੋਈ ਡੀਸੀ ਆਉਂਦਾ, ਡੀਐਸਪੀ ਆਉਂਦਾ, ਇੰਸਪੈਕਟਰ ਨੂੰ ਕਹਿੰਦਾ ਇਸਕੋ ਛੋੜ ਦਿਓ, ਉਹ ਕਹਿੰਦਾ ਲਿਖਤੀ ਦੇ ਦਿਓ। ਲਿਖਤੀ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂਕਿ ਉਹ ਇਲੀਗਲ ਹੋਇਆ ਕਰਦਾ। ਔਰ ਸਿਮਿਲਰ ਹੈ ਜਦੋਂ ਕੋਈ ਇਲੀਗਲ ਐਕਟ ਕਰਨਾ ਹੁੰਦਾ ਹੈ, ਜਦੋਂ ਕੋਈ ਐਕਟ ਆਊਟ ਆਫ ਦਾ ਵੇ ਜਾ ਕੇ ਕਰਨਾ ਹੁੰਦਾ ਹੈ, ਵੈਨ ਵੀ ਹੈਵ ਟੂ ਗਿਵ ਸਮ weightage to by using unfair means, ਤਾਂ ਅਸੀਂ ਉਹ ਆਪਣੇ ਸਬੋਰਡੀਨੇਟ ਨੂੰ ਕਹਿੰਦੇ ਆ ਤੂੰ ਇਹ ਕੰਮ ਕਰ ਦੇ, ਔਰ ਅਸੀਂ ਉਹਨੂੰ ਵਰਬਲ ਕਮਿਊਨੀਕੇਟ ਕਰ ਦਿੰਦੇ ਆ, ਰਿਟਨ 'ਚ ਕੁਝ ਨਹੀਂ ਦਿੰਦੇ। ਔਰ ਇਹ ਆਮ ਤੌਰ ਤੇ ਜਿਹੜੀ ਹੈ ਇਸ ਨੂੰ ਅਸੀਂ ਕਹਿੰਦੇ ਇਲੀਗਲ ਕਮਿਊਨੀਕੇਸ਼ਨ ਹੈ ਜਾਂ ਆਊਟ ਆਫ ਦਾ ਵੇ ਜਾ ਕੇ ਕਮਿਊਨੀਕੇਸ਼ਨ ਹੈ। ਤਾਂ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਿਊਨੀਕੇਸ਼ਨ ਆਏਗੀ, ਬਹੁਤ ਸਾਰੀ ਕਮਿਊਨੀਕੇਸ਼ਨ ਐਵੇਂ ਚੱਲਦੀ ਹਵਾ 'ਚ, ਮਤਲਬ ਨੋਟਸ ਨਹੀਂ ਆਉਂਦਾ ਉਹਦਾ, ਕੋਈ ਸਰਕੂਲਰ ਨਹੀਂ ਨਿਕਲਦਾ ਉਹਦਾ, ਕੋਈ ਰਿਟਨ ਇੰਸਟਰਕਸ਼ਨਸ ਨਹੀਂ ਆਉਂਦੀਆਂ, ਬਸ ਉਹ ਵਰਬਲ ਹੀ ਹੁੰਦਾ ਕਿ ਮਤਲਬ ਇਹ ਇਸ ਤਰ੍ਹਾਂ ਚੱਲੇਗਾ। ਠੀਕ ਹੈ। ਤਾਂ ਇਹ ਸਾਡੇ ਕੋਲ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ 'ਚ ਹੋਵੋ, ਜਦੋਂ ਤੁਸੀਂ ਕਿਸੇ ਸਿਸਟਮ ਦਾ ਪਾਰਟ ਹੋ, ਤਾਂ ਬਹੁਤ ਵਾਰ ਸਾਨੂੰ ਮਤਲਬ 30-40% ਕਮਿਊਨੀਕੇਟ ਇਸ ਤਰ੍ਹਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ ਜਿਹੜੀ ਵਰਬਲ ਹੁੰਦੀ ਹੈ, ਵਰਡ ਟੂ ਵਰਡ ਚੱਲਦੀ ਰਹਿੰਦੀ ਹੈ, ਉਹ ਪ੍ਰੈਕਟਿਸ ਬਣ ਜਾਂਦੀ ਹੈ, ਪਰ ਦੇयर ਇਜ਼ ਨਥਿੰਗ ਰਿਟਨ ਅਬਾਊਟ ਇਟ, ਉਹਦੇ ਬਾਰੇ 'ਚ ਲਿਖਿਆ ਹੋਇਆ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਹੈ ਜਿਸ ਨੂੰ ਅਸੀਂ ਜੈਸਟਰਲ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਤਾਂ ਕਈ ਵਾਰ ਤਾਂ ਵਰਬਲੀ ਕਮਿਊਨੀਕੇਟ ਵੀ ਨਹੀਂ ਕੀਤਾ ਜਾਂਦਾ। ਰਿਟਨ ਕਮਿਊਨੀਕੇਸ਼ਨ ਫਸਟ ਪਾਰਟ ਹੈ, ਜਦੋਂ ਬੜਾ ਥੋਰੋਲੀ, ਬੜਾ ਡਿਟੇਲਡ ਜਿਹੜਾ ਹੈ ਪ੍ਰੋਸੀਜਰਲ ਜਿਹੜਾ ਸਟੈਪ ਬਾय ਸਟੈਪ ਮੈਂਸ਼ਨ ਕਰਕੇ ਕਰ ਦਿੱਤਾ। ਉਸ ਤੋਂ ਬਾਅਦ ਜਿਹੜਾ ਕੋਈ ਇਲੀਗਲ ਕਰਾਉਣਾ ਸੀ ਉਹ ਵਰਬਲੀ ਕਮਿਊਨੀਕੇਟ ਕਰ ਦਿੱਤਾ ਵੀ ਇਹ ਕਰ ਲਿਓ। ਠੀਕ ਹੈ। ਪਰ ਅੱਜ ਕੱਲ ਜਿਵੇਂ ਹੁਣ ਪ੍ਰੋਬਲਮ ਆਉਂਦੀ ਹੈ, ਉਹਦੇ ਵਿੱਚ ਕੀ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਅਸੀਂ ਕਿਸੇ ਮੀਡੀਆ ਦੇ ਥਰੂ ਵਰਬਲ ਕਮਿਊਨੀਕੇਟ ਕੀਤਾ, ਉਹ ਵੀ ਸ਼ਾਇਦ ਕਿਤੇ ਰਿਕਾਰਡਿੰਗ 'ਚ ਆ ਜਾਏਗਾ, ਉਹ ਵੀ ਕੋਈ ਫੋਨ ਟੈਪ ਹੋ ਜਾਏਗਾ, ਕੋਈ ਫੋਨ ਰਿਕਾਰਡਿੰਗ ਹੋ ਜਾਏਗੀ, ਕੋਈ ਕਾਲ ਰਿਕਾਰਡਿੰਗ ਹੋ ਜਾਏਗੀ। ਤਾਂ ਹੁਣ ਅਸੀਂ ਜ਼ਿਆਦਾਤਰ ਕਮਿਊਨੀਕੇਸ਼ਨ ਜਿਹੜੀਆਂ ਨੇ ਉਹ ਬਾਏ ਜਿਹੜਾ ਹੈ ਮੂਵਮੈਂਟਸ ਕਰਦੇ ਆ। ਠੀਕ ਹੈ। ਔਰ ਤੁਸੀਂ ਦੇਖੋ ਜਿੱਥੇ ਗੈਦਰਿੰਗ ਹੋਏਗੀ, ਜਿੱਥੇ ਕੁਝ ਲੋਕ ਜਿਹੜੇ ਹੈਗੇ ਆ ਇਕੱਠੇ ਹੋਣਗੇ, ਉਹ 2 ਤੋਂ ਜ਼ਿਆਦਾ ਹੋਣ, 5 ਤੋਂ ਜ਼ਿਆਦਾ ਹੋਣ, ਖਾਸ ਤੌਰ ਤੇ ਜਦੋਂ ਸਟਾਫ ਮੀਟਿੰਗਸ ਹੁੰਦੀਆਂ ਨੇ, ਤਾਂ ਉਸ ਟਾਈਮ ਦੇ ਉੱਪਰ ਜਿਹੜੇ ਗਰੁੱਪ ਆਪਸ ਚ ਐਸੋਸੀਏਟ ਕਰਦੇ ਆ, ਉਹ ਆਪਣੇ ਮੂਵ ਕਿਵੇਂ ਚਲਾਉਂਦੇ ਆ, ਉਹ ਮੂਵ ਕਿਵੇਂ ਚਲਾਉਂਦੇ ਆ, ਉਹ ਸਿਰਫ ਆਪਣੀ ਬਾਡੀ ਲੈਂਗੁਏਜ ਦੇ ਥਰੂ ਬਾਏ ਨੋਡਿੰਗ ਹੈਡ ਅਸੈਪਟੈਂਸ ਦੇ ਦਿੰਦੇ ਆ। ਠੀਕ ਹੈ। ਆਈ ਕੰਟੈਕਟ ਨਾਲ ਅਸੈਪਟੈਂਸ ਦੇ ਦਿੰਦੇ ਆ। ਸਪੈਸੀਫਿਕ ਹੈਂਡ ਮੂਵਮੈਂਟਸ ਜਿਹੜੀਆਂ ਨੇ ਉਹਨਾਂ ਨੇ ਪਹਿਲਾਂ ਡੈਜ਼ਿਗਨੇਟ ਕੀਤੀਆਂ ਹੁੰਦੀਆਂ ਨੇ ਕਿ ਜੇ ਮੈਂ ਇੱਕ ਉਂਗਲ ਕਰਾਂਗਾ ਯੈਸ ਹੈ, 2 ਉਂਗਲ ਕਰਾਂਗਾ ਨੋ ਹੈ, ਵੀ ਬਣਾਵਾਂਗਾ ਯੈਸ ਹੈ, ਥੰਬ ਜਿਹੜਾ ਹੈ ਡਾਊਨ ਕਰਾਂਗਾ ਤਾਂ ਨੋ ਹੈ। ਤਾਂ ਉੱਥੇ ਬੜੇ ਸਾਰੇ ਗਰੁੱਪ ਜਦੋਂ ਕਿਸੇ ਡਿਸਪਿਊਟਡ ਜਿਹੜਾ ਹੈ ਏਰੀਆ ਦੇ ਉੱਪਰ ਗੈਦਰਿੰਗ ਮੀਟਿੰਗ ਦੇ ਵਿੱਚ ਹੁੰਦੇ ਆ, ਤਾਂ ਉਹ ਇੱਕ ਦੂਸਰੇ ਨੂੰ ਕਮਿਊਨੀਕੇਟ ਕਿਵੇਂ ਕਰਦੇ ਆ ਵੀ ਇਸ ਨੂੰ ਅਸੀਂ ਐਗਰੀ ਕਰਨਾ ਹੈ, ਇਸ ਕੰਡੀਸ਼ਨ ਨੂੰ ਕਿ ਨਹੀਂ ਕਰਨਾ, ਵੈਨ ਦੇ ਆਰ ਗੋਇੰਗ ਟੂ ਡੂ ਸਮ ਕੰਪਰੋਮਾਈਜ਼। ਤਾਂ ਆਮ ਤੌਰ ਤੇ ਯੂਨੀਅਨ ਲੀਡਰ ਨੇ ਉਹ ਕਮਿਊਨੀਕੇਟ ਕਰਦੇ ਟਾਈਮ ਜਿਹੜਾ ਹੈ ਜੈਸਟਰਲ ਜਿਹੜੀ ਹੈ ਕਮਿਊਨੀਕੇਸ਼ਨ ਦਾ ਜਿਹੜਾ ਹੈ ਬੈਨੀਫਿਟ ਲੈਂਦੇ ਆ। ਔਰ ਇਹ ਹਮੇਸ਼ਾ ਹਰ ਪ੍ਰੋਫੈਸ਼ਨ 'ਚ ਹੁੰਦਾ ਹੈ। ਕੋਈ ਗਰੁੱਪ ਦੇ ਵਿੱਚ ਕੁਝ ਮੈਂਬਰ ਜਿਹੜੇ ਨੇ ਉਹ ਟਾਈਟ ਨੋਡ ਦੇ ਵਿੱਚ ਹੁੰਦੇ ਆ, ਉਹਨਾਂ ਦੀ ਕਲੋਜ਼ ਐਸੋਸੀਏਸ਼ਨ ਹੁੰਦੀ ਹੈ, ਦੇ ਹੈਵ ਸਮ ਕਾਮਨ ਇੰਟਰਸਟ, ਔਰ ਉਹ ਜਦੋਂ ਕਮਿਊਨੀਕੇਟ ਕਰਦੇ ਆ ਤਾਂ ਉਹ ਨਾ ਰਿਟਨ ਦਿੰਦੇ ਆ, ਨਾ ਵਰਬਲੀ ਕਮਿਊਨੀਕੇਟ ਕਰਦੇ ਆ, ਉਹ ਆਪਣੀਆਂ ਬਾਡੀ ਮੂਵਮੈਂਟਸ ਤੇ ਆਪਣੇ ਜਿਹੜਾ ਹੈ
ਆਰਗਨ ਜਿਹੜੇ ਹੈ ਉਹਨਾਂ ਦੀ ਇੰਡੀਕੇਸ਼ਨ ਦੇ ਥਰੂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਆ ਔਰ ਆਪਣਾ ਮੈਸੇਜ ਵੀ ਕਨਵੇ ਕਰ ਦਿੰਦੇ ਆ ਔਰ ਆਪਣਾ ਕੰਮ ਵੀ ਨਿਕਾਲ ਕੇ ਲੈ ਜਾਂਦੇ ਆ। ਪਰ ਤੁਸੀਂ ਯੂ ਕਾਂਟ ਟ੍ਰੈਪ them, ਉਹਨਾਂ ਨੂੰ ਤੁਸੀਂ ਫੜ ਨਹੀਂ ਸਕਦੇ ਕਿ ਉਹਨਾਂ ਨੇ ਕੀ ਕਮਿਊਨੀਕੇਟ ਕੀਤਾ। ਔਰ सर ये तो ज्यादातर क्रिमिनल लोग करते हैं। ਸਾਡੇ ਕਲਾਸਰੂਮ 'ਚ ਵੀ ਹੁੰਦਾ, ਸਾਡੇ ਸਟੂਡੈਂਟ ਵੀ ਕਰਦੇ ਆ ਕ੍ਰਿਮੀਨਲ। ਜਦੋਂ ਟੀਚਰ ਨੂੰ ਤੰਗ ਕਰਨਾ ਹੋਵੇ ਤੇ ਪਿਛਲੇ ਬੈਂਚ ਵਾਲੇ ਬੈਠੇ ਨਾ, ਉਹ ਕਹਿੰਦਾ ਮੈਂ ਕੁਐਸਚਨ ਪੁੱਛਦਾ, ਫਿਰ ਤੂੰ ਪੁੱਛੀ, ਫਿਰ ਤੀਸਰਾ ਪੁੱਛੂਗਾ ਤੇ ਉਹ ਥੰਬ ਅਪ ਕਰਕੇ ਦੱਸ ਦਿੰਦੇ ਹਾਂ ਠੀਕ ਹੈ। ਆਈ ਜਿਹੜੀਆਂ ਨੇ ਉਹਨਾਂ ਦੀ ਮੂਵਮੈਂਟਸ ਦੇ ਨਾਲ ਇੱਕ ਦੂਸਰੇ ਨੂੰ ਐਗਰੀ ਕਰ ਦਿੰਦੇ ਹਾਂ ਲੱਗਿਆ ਰਿਹਾ ਤੰਗ ਟਾਈਮ ਪਾਸ ਕਰਨਾ, ਯਾਰ ਬਹੁਤ ਡਿਸਟਰਬ ਕਰ ਰਿਹਾ, ਬੜਾ ਬੋਰਿੰਗ ਲੈਕਚਰ ਦੇ ਰਿਹਾ ਹੈਗਾ। ਕੀ ਇਹ ਸਾਡੇ ਕਲਾਸਰੂਮ 'ਚ ਨਹੀਂ ਹੁੰਦੇ? सर वो तो मासूम बच्चे होते हैं। अच्छा वो मासूम होते हैं, बाकी क्रिमिनल होते हैं। ठीक है ਠੀਕ ਹੈ ਠੀਕ ਹੈ। ਯੂਨੀਅਨ ਕ੍ਰਿਮੀਨਲ ਨਹੀਂ ਹੁੰਦਾ, ਇਹ ਗਰੁੱਪ ਐਸੋਸੀਏਸ਼ਨ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੇ ਆਪਣੇ ਡਿਸਕਲੋਜ਼ ਨਹੀਂ ਕਰਨੇ ਹੁੰਦੇ ਆਪਣੇ ਇੰਟਰਸਟ ਦੂਸਰਿਆਂ ਨੂੰ। ਔਰ ਕਈ ਵਾਰ ਤਾਂ ਅਸੀਂ ਆਪਣੀ ਕਲੋਜ਼ਨੈਸ ਵੀ ਜਿਹੜੀ ਹੈ ਕਰਨੀ ਹੁੰਦੀ, ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਐਂਟੀ ਗਰੁੱਪ ਚੋਂ ਕਿਸੇ ਮੈਂਬਰ ਤੋਂ ਆਪਣੇ ਫੇਵਰ 'ਚ ਕੁਝ ਲੈਣਾ ਚਾਹੁੰਦੇ ਹੋ। ਮੰਨ ਲਓ ਤੁਸੀਂ ਐਂਟੀ ਗਰੁੱਪ ਦੇ ਵਿੱਚ ਵੀ ਆਪਣੇ ਕੁਝ ਲੋਕਾਂ ਨਾਲ ਲਿੰਕ ਰੱਖੇ ਹੋਇਆ ਤੇ ਤੁਸੀਂ ਉਹ ਤੋਂ ਫੇਵਰ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨਾਲ ਡਾਇਰੈਕਟ ਕਮਿਊਨੀਕੇਟ ਨਹੀਂ ਕਰਦੇ, ਤੁਸੀਂ ਉਹਨਾਂ ਨਾਲ ਕਦੇ ਖੜੇ ਦਿਖਾਈ ਨਹੀਂ ਦਿੰਦੇ। ਪਰ ਉਹ ਜਿਹੜੇ ਹੈ ਆਪਣੀ ਜਿਹੜੀ ਉਹ ਤੁਹਾਡੀ ਕਮਿਊਨੀਕੇਸ਼ਨ ਹੈ ਉਹ ਜੈਸਟਰਲ ਕਮਿਊਨੀਕੇਸ਼ਨ ਹੁੰਦੀ ਹੈ ਔਰ ਉਹਦੇ ਥਰੂ ਤੁਸੀਂ ਐਗਰੀ ਕਰਦੇ ਹੋ। ਜਦੋਂ ਕਿਤੇ ਸੀਕ੍ਰੇਟ ਬੈਲਟ ਦੇ ਥਰੂ ਕੋਈ ਡਿਸੀਜਨ ਹੁੰਦਾ ਹੈ ਤਾਂ ਉਹ ਤੁਹਾਡੇ ਫੇਵਰ 'ਚ ਜਿਹੜਾ ਹੈ ਚਲੇ ਜਾਂਦੇ ਆ। ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਬਹੁਤ ਸਾਰੀ ਔਰ ਹਰ ਤਰ੍ਹਾਂ ਹੁੰਦੀ ਹੈ, ਪੋਲੀਟੀਕਲ ਪਾਰਟੀ 'ਚ ਹੁੰਦੀ ਹੈ, ਕ੍ਰਿਮੀਨਲ 'ਚ ਹੁੰਦੀ ਹੈ, ਉਹ ਅਫੀਸ਼ੀਅਲ 'ਚ ਹੁੰਦੀ ਹੈ, ਉਹ ਯੂਨੀਅਨ ਮੈਂਬਰ 'ਚ ਹੁੰਦੀ ਹੈ, ਉਹ ਫੈਕਲਟੀ ਦੇ ਗਰੁੱਪਸ 'ਚ ਹੁੰਦੀ ਹੈ। ਫੈਕਲਟੀ ਗਰੁੱਪਸ ਸੀਨੀਅਰ ਜੂਨੀਅਰ ਹੋ ਸਕਦੇ ਨੇ। ਫੈਕਲਟੀ ਗਰੁੱਪਸ ਕਿਸੇ ਪਾਰਟਿਕੂਲਰ, ਜਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਆ ਵੀ ਜਿਹੜੇ ਸੋਸ਼ਲ ਸਾਇੰਸਿਸ ਨੇ ਤੇ ਜਿਹੜੀਆਂ ਪਿਓਰ ਸਾਇੰਸਿਸ ਨੇ ਤੇ ਜਿਹੜੀਆਂ ਲੈਂਗੁਏਜਸ ਨੇ, ਇਹ ਤਿੰਨ ਗਰੁੱਪ ਹੁੰਦੇ ਆ। ਚੌਥਾ ਗਰੁੱਪ ਅੱਜ ਕੱਲ੍ਹ ਚਲਾ ਗਿਆ ਜਿਸ ਨੂੰ ਅਸੀਂ ਕਹਿੰਦੇ ਆ ਕਮਰਸ਼ ਔਰ ਬਿਜ਼ਨਸ ਔਰ ਜਿਹੜਾ ਫੀਲਡ ਏਰੀਆ ਜਿਹਨੂੰ ਗਰਾਊਂਡ ਐਕਟੀਵਿਟੀ ਕਹਿੰਦੇ ਆ। ਤਾਂ ਚਾਰ ਗਰੁੱਪਸ ਆਮ ਤੌਰ ਤੇ ਇਹਨਾਂ ਦੇ ਇੰਟਰਸਟ ਟੋਟਲੀ ਵੇਰੀ ਕਰਦੇ ਆ, ਟੋਟਲੀ ਵੇਰੀ ਕਰਦੇ ਆ। ਸੋਸ਼ਲ ਸਾਇੰਸਿਸ ਦੇ ਅਲੱਗ ਇੰਟਰਸਟ ਹੁੰਦੇ ਆ, ਲੈਂਗੁਏਜਸ ਦੇ ਅਲੱਗ ਇੰਟਰਸਟ ਹੁੰਦੇ ਆ, ਠੀਕ ਹੈ। ਔਰ ਜਿਹੜੀਆਂ ਪਿਓਰ ਸਾਇੰਸਿਸ ਨੇ ਉਹਨਾਂ ਦੇ ਅਲੱਗ ਇੰਟਰਸਟ ਹੁੰਦੇ ਆ। ਤੇ ਜਦੋਂ ਕਿਤੇ ਬਜਟ ਮੀਟਿੰਗ ਹੁੰਦੀਆਂ ਨੇ, ਪਿਓਰ ਸਾਇੰਸਿਸ ਵਾਲੇ ਇਹ ਹਮੇਸ਼ਾ ਹੀ ਫੋਰਸ ਕਰ ਦਿੰਦੇ ਆ ਜੀ ਲੈਬ ਦੇ ਵਿੱਚ ਕੈਮੀਕਲ ਨਹੀਂ ਹੈਗੇ, ਸਾਨੂੰ ਆਹ ਇਕਵਿਪਮੈਂਟਸ ਚਾਹੀਦਾ, ਸਾਡੇ ਆਪਰੇਟਸ ਘੱਟ ਨੇ, ਸਾਡੇ ਪ੍ਰੈਕਟੀਕਲ ਨਹੀਂ ਹੋ ਪਾਉਂਦੇ। ਤੇ ਦੂਸਰੇ ਪਾਸੇ ਲੈਂਗੁਏਜ ਵਾਲੇ ਕਹਿੰਦੇ ਆ ਜੀ ਸਾਡੀਆਂ ਲੈਂਗੁਏਜ ਲੈਬ ਇੱਕੋ ਹੀ ਹੈ, ਇੰਗਲਿਸ਼ ਦੀ ਹੋਈ ਹੈ, ਬਾਕੀਆਂ ਲਈ ਕੰਟੈਂਟ ਅਵੇਲੇਬਲ ਨਹੀਂ ਹੈ, ਸਾਨੂੰ ਸੌਫਟਵੇਅਰ ਪਰਚੇਜ ਕਰਨਾ ਚਾਹੀਦਾ। ਪੰਜਾਬੀ ਵੀ ਅਸੀਂ ਫੋਨੈਟਿਕਸ ਦੇ ਥਰੂ ਸਿਖਾਉਣਾ ਚਾਹੁੰਦੇ ਹਾਂ, ਇੰਗਲਿਸ਼ ਵੀ, ਹਿੰਦੀ ਵੀ ਅਸੀਂ ਫੋਨੈਟਿਕਸ ਦੇ ਥਰੂ ਸਿਖਾਉਣਾ ਚਾਹੁੰਦੇ ਹਾਂ। ਵੀ ਆਰ ਨਾਟ ਇਕਵਿਪਡ ਵਿਦ। ਤੇ ਸੋਸ਼ਲ ਸਾਇੰਸਿਸ ਵਾਲੇ ਆਪਣਾ ਰੌਲਾ ਪਾਉਂਦੇ ਆ ਜੀ ਦੇਖੋ ਸੋਸ਼ਲ ਸਾਇੰਸਿਸ ਦੀ ਕੋਈ ਲੈਬ ਹੀ ਨਹੀਂ ਬਣਾਈ ਹਾਲੇ ਤੱਕ, ਜਿਓਗ੍ਰਾਫੀ ਪੜਾਉਣਾ ਹੈ ਉਹਦੀ ਸਾਨੂੰ ਵੱਖਰੀ ਲੈਬ ਚਾਹੀਦੀ ਹੈ। ਇਕਨੋਮਿਕਸ ਵਾਲੇ ਆਪਣਾ ਰੌਲਾ ਪਾਉਣਗੇ, ਜਿਹੜਾ ਹੈ ਹਿਸਟਰੀ ਵਾਲੇ ਆਪਣਾ ਰੌਲਾ ਪਾਉਣਗੇ। ਤਾਂ ਸਾਡੇ ਕੋਲ ਅਲੱਗ-ਅਲੱਗ ਇੰਟਰਸਟ ਹੋਇਆ ਕਰਦੇ ਆ ਤੇ ਹਰ ਕੋਈ ਪਰਸਨ ਬਜਟ ਚੋਂ ਆਪਣਾ ਸ਼ੇਅਰ ਚਾਹੁੰਦਾ। ਤੇ ਉੱਥੇ ਫਿਰ ਜਿਹੜੀ ਕਮਿਊਨੀਕੇਸ਼ਨ ਹੈ ਉਹ ਓਪਨ ਨਹੀਂ ਹੁੰਦੀ, ਉਹ ਸਾਰੀ ਸੀਕ੍ਰੀਟ ਕਮਿਊਨੀਕੇਸ਼ਨ। ਅਗਲੀ ਅਸੀਂ ਗੱਲ ਕਰਨੀ ਹੈ ਜਿਹੜਾ ਫੋਰਥ ਪਾਰਟ ਹੈ, ਜਿਹੜਾ ਹੈ ਇੰਟਰਨਲ ਔਰ ਐਕਸਟਰਨਲ ਕਮਿਊਨੀਕੇਸ਼ਨ। ਇੰਟਰਨਲ ਕਮਿਊਨੀਕੇਸ਼ਨ ਨੂੰ ਅਸੀਂ ਕਹਿੰਦੇ ਆ within the school system, within the institute, ਉਹ ਮਾਈਟ ਵੀ ਸਕੂਲ ਹੋ ਸਕਦਾ, ਕਾਲਜ ਹੋ ਸਕਦਾ, ਯੂਨੀਵਰਸਿਟੀ ਹੋ ਸਕਦੀ ਹੈ। ਤਾਂ ਜਦੋਂ ਅਸੀਂ ਵਿਦਿਨ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਕਮਿਊਨੀਕੇਸ਼ਨ ਦੀ ਇੱਕ ਬਹੁਤ ਸਾਰੀ ਲਿਸਟ ਹੈ, ਆਟੋ ਵਾਲੀ ਵੱਖਰੀ ਹੈ, ਪਰ ਜਿਹੜੀ ਸਾਡੀ 13 ਮੈਂਬਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਮਿਊਨੀਕੇਟ ਕਰਦੇ ਹਾਂ। ਜਿਵੇਂ ਹੈਡ ਹੈ ਉਹ ਸਟਾਫ ਨਾਲ ਕਮਿਊਨੀਕੇਟ ਕਰਦਾ ਹੈ, ਟੀਚਰ ਜਿਹੜੇ ਨੇ ਉਹ ਆਪਣੇ ਹੈਡ ਨਾਲ ਕਮਿਊਨੀਕੇਟ ਕਰਦੇ ਆ, ਸਟੂਡੈਂਟ ਟੀਚਰ ਕਮਿਊਨੀਕੇਸ਼ਨ ਹੁੰਦੀ ਹੈ, ਸਟੂਡੈਂਟ ਕਮਿਊਨੀਕੇਸ਼ਨ ਹੁੰਦੀ ਹੈ, ਫੈਕਲਟੀ ਕਮਿਊਨੀਕੇਸ਼ਨ ਹੁੰਦੀ ਹੈ, ਹੈਡ ਸਟੂਡੈਂਟ ਕਮਿਊਨੀਕੇਸ਼ਨ ਹੁੰਦੀ ਹੈ, ਸਟੂਡੈਂਟ EMPLOYEES ਕਮਿਊਨੀਕੇਸ਼ਨ ਹੁੰਦੀ ਹੈ ਜਿਹੜੇ 4th ਕਲਾਸ EMPLOYEES ਹੁੰਦੇ ਆ, ਜਾਂ ਜਿਹੜੇ 3rd ਕਲਾਸ ਦੇ ਵਿੱਚ ਸਾਡੇ ਕੋਲ ਕਲੈਰੀਕਲ ਜੌਬਸ ਹੁੰਦੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਜਿਹੜੇ EMPLOYEE ਤੇ EMPLOYER ਮੈਨੇਜਮੈਂਟ ਨਾਲ ਤੁਹਾਡੀਆਂ ਕਮਿਊਨੀਕੇਸ਼ਨ ਹੁੰਦੀਆਂ ਨੇ। ਬੜੇ ਸਾਰੇ ਸਾਡੇ ਇੰਟਰਸਟ ਏਰੀਆ ਜਿਹੜੇ ਹੁੰਦੇ ਆ ਮੈਨੇਜਮੈਂਟ ਨਾਲ ਕਲੈਸ਼ ਹੁੰਦੇ ਆ, ਖਾਸ ਤੌਰ ਤੇ ਜਿੱਥੇ ਸਾਡੇ ਵੈਲਫੇਅਰ ਦਾ ਮਸਲਾ ਹੁੰਦਾ, ਜਿੱਥੇ ਸਾਡੇ ਫਾਈਨੈਂਸ਼ੀਅਲ ਇੰਟਰਸਟ ਆਉਂਦੇ ਨੇ, ਉੱਥੇ ਹਮੇਸ਼ਾ ਮੈਨੇਜਮੈਂਟ ਚਾਹੇਗੀ ਇਹਨਾਂ ਨੂੰ ਘੱਟ ਤੋਂ ਘੱਟ ਦਿੱਤਾ ਜਾਵੇ ਤੇ ਅਸੀਂ ਚਾਹਾਂਗੇ ਅਸੀਂ ਮੈਕਸਿਮਮ ਬੈਨੀਫਿਟ ਲਈਏ। ਤਾਂ ਉੱਥੇ ਸਾਡੇ EMPLOYER ਜਿਹੜੇ ਹੈ ਡਿਸਪਿਊਟਸ ਹੁੰਦੇ ਆ, ਉੱਥੇ ਅਸੀਂ ਕਮਿਊਨੀਕੇਟ ਕਰਦੇ ਹਾਂ। ਕਈ ਵਾਰ ਅਸੀਂ ਮੈਨੇਜਮੈਂਟ ਦੇ ਇੰਟਰਸਟ ਲਈ ਕੰਮ ਕਰਨਾ ਹੁੰਦਾ ਤੇ ਉੱਥੇ ਸਾਡੀਆਂ ਜਿਹੜੀਆਂ ਜਿਵੇਂ ਖਾਸ ਤੌਰ ਤੇ ਐਡਮਿਸ਼ਨ ਦੇ ਡਿਊਰਿੰਗ ਸਾਡਾ ਇਹ ਹੁੰਦਾ ਕਿ ਅਸੀਂ ਮੈਕਸਿਮਮ ਸੀਟਸ ਜਿਹੜੀਆਂ ਨੇ ਫਿਲ ਕਰ ਸਕੀਏ ਤਾਂ ਕਿ EMPLOYER ਨੂੰ ਲਾਸ ਘੱਟ ਤੋਂ ਘੱਟ ਹੋਵੇ। ਤਾਂ ਇਸੇ ਤਰ੍ਹਾਂ ਹੀ ਟੀਚਰ ਪੇਰੈਂਟਸ ਕਮਿਊਨੀਕੇਸ਼ਨ PTM ਮੀਟਿੰਗਸ ਹੁੰਦੀਆਂ, ਪੇਰੈਂਟਸ ਮੀਟਿੰਗਸ ਹੁੰਦੀਆਂ ਨੇ। ਜਦੋਂ ਅਸੀਂ ਪੇਰੈਂਟਸ ਗੈਦਰਿੰਗ ਕਰਦੇ ਹਾਂ ਜਾਂ ਟੀਚਰ ਪੇਰੈਂਟਸ ਐਸੋਸੀਏਸ਼ਨ ਆਪਣੀ ਗੈਦਰਿੰਗ ਕਰ ਲੈਂਦੀ ਹੈ, ਉਸ ਟਾਈਮ ਦੇ ਉੱਪਰ ਮੀਟਿੰਗਸ ਹੁੰਦੀਆਂ ਨੇ। ਅੱਜ ਕੱਲ੍ਹ ਤਾਂ ਹੁਣ ਫੋਨ ਤੇ ਵੀ ਹੋ ਜਾਂਦੀਆਂ ਨੇ। ਪੇਰੈਂਟਸ ਹੈਡ ਕਮਿਊਨੀਕੇਸ਼ਨ ਵੀ ਹੁੰਦੀਆਂ ਨੇ ਜ਼ਿਆਦਾਤਰ ਜਦੋਂ ਕੋਈ ਐਨੂਅਲ ਫੰਕਸ਼ਨ ਹੁੰਦੇ ਆ, ਸਪੈਸ਼ਲ ਜਿਹੜੀਆਂ ਨੇ ਫਾਊਂਡੇਸ਼ਨ ਡੇਜ਼ ਹੁੰਦੇ ਆ, ਉਹਨਾਂ ਡਿਊਰਿੰਗ ਜਿਹੜੀ ਹੈ ਪੇਰੈਂਟਸ ਹੈਡ ਮੀਟਿੰਗ ਕਰਦੇ ਆ। ਜਾਂ ਜਦੋਂ ਕੋਈ
ਇੰਸਪੈਕਸ਼ਨ ਕਮੇਟੀਜ਼ ਆਉਂਦੀਆਂ ਨੇ ਤਾਂ ਉਹ ਉਸ ਟਾਈਮ ਤੇ ਮੀਟਿੰਗ ਜਿਹੜੀਆਂ ਨੇ ਕਰਦੀਆਂ ਨੇ, ਜਾਂ ਅਸੀਂ ਓਪਨਿੰਗ ਆਫ ਸੈਸ਼ਨ ਦੇ ਡਿਊਰਿੰਗ ਜਾਂ ਕਲੋजिंग ਵੈਲਡਿਕਟਰੀ ਜਿਹੜੀ ਹੈ ਹੁੰਦੀ ਹੈ ਉਸ ਟਾਈਮ ਦੇ ਉੱਪਰ ਅਸੀਂ ਮੀਟਿੰਗ ਕਰਦੇ ਹਾਂ। ਤਾਂ ਇਸ ਦੇ ਨਾਲ ਹੀ ਟੀਚਰ ਗਰੁੱਪ ਲੀਡਰਸ ਕਮਿਊਨੀਕੇਸ਼ਨਸ ਨੇ। ਔਰ ਮੋਨੀਟਰ ਜਿਹੜਾ ਹੈ ਉਸਦੀ ਸਟੂਡੈਂਟ ਕਾਉਂਸਲ ਜਿਹੜੀ ਹੁੰਦੀ ਹੈ ਉਸਦੀ ਟੀਚਰਸ ਨਾਲ ਕਮਿਊਨੀਕੇਸ਼ਨ ਹੁੰਦੀ ਹੈ। ਔਰ ਜਿਹੜੀ ਸਟੂਡੈਂਟ ਕਾਉਂਸਲ ਨੂੰ ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਉਹ ਆਪਣੇ ਜਿਹੜੇ ਹੈਗੇ ਆ ਸਟੂਡੈਂਟ ਕਲਾਸਮੇਟਸ ਨੇ ਉਹਨਾਂ ਨਾਲ ਕਮਿਊਨੀਕੇਟ ਕਰਦੇ ਆ। ਆਊਟਸਾਈਡ ਦੀ ਅਸੀਂ ਗੱਲ ਕਰ ਲਈਏ ਤਾਂ ਆਊਟਸਾਈਡ ਵੀ ਸਾਡੇ ਕੋਲ ਬਹੁਤ ਸਾਰੀ ਕਮਿਊਨੀਕੇਸ਼ਨ ਹੁੰਦੀ ਹੈ, ਜਿਹਦੇ ਵਿੱਚ ਜਦੋਂ ਅਸੀਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਹੈ ਡਾਇਰੈਕਟੋਰੇਟ ਆਫ ਪਬਲਿਕ ਇੰਸਟਰਕਸ਼ਨ ਹੁੰਦਾ, ਜਿਹੜਾ ਸਾਡੇ ਕੋਲ ਡਾਇਰੈਕਟ ਕਨੈਕਟ ਹੁੰਦਾ, ਜਿਹੜਾ ਸਾਡੀ ਸਭ ਤੋਂ ਮੋਨੀਟਰਿੰਗ ਬਾਡੀ ਹੈ DPI ਕਾਲਜ। ਸਾਡੇ ਕੋਲ DPI ਕਾਲਜਸ ਜਿਹੜੇ ਨੇ ਉਹਨਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਪਰ ਸਾਡੇ ਕੋਲ 3 ਤਰ੍ਹਾਂ ਦੇ DPI ਹੁੰਦੇ ਆ। DPI ਕਾਲਜਸ ਹੈ, DPI ਸੈਕੰਡਰੀ ਨੇ, DPI ਐਲੀਮੈਂਟਰੀ ਨੇ। ਤਾਂ ਉਹ ਸਾਰੇ ਹੀ ਕਮਿਊਨੀਕੇਟ ਕਰਦੇ ਆ ਔਰ ਸਾਨੂੰ ਸਾਰੀਆਂ ਜਿਹੜੀਆਂ ਲਰਨਿੰਗ ਇੰਸਟਰਕਸ਼ਨ ਨੇ, ਜਿਵੇਂ ਹੁਣ ਬੀਐਡ ਦੇ ਐਡਮਿਸ਼ਨ ਦਾ ਜਿਹੜਾ ਨੋਟਿਸ ਹੈ ਉਹ DPI ਤੋਂ ਕਾਲਜ ਨੂੰ ਆ ਗਿਆ, ਯੂਨੀਵਰਸਿਟੀ ਨੂੰ ਚਲਾ। ਤਾਂ ਸਭ ਤੋਂ ਮਤਲਬ ਕਲੋਜ਼ ਮੋਨਿਟਰਿੰਗ ਜਿਹੜੀ ਐਜੂਕੇਸ਼ਨ ਸਿਸਟਮ ਦੀ ਟੌਪ ਉਹ ਹੈ ਇੰਸਟਰਕਸ਼ਨ। ਤਾਂ ਸਾਡੀ ਉਹਦੇ ਨਾਲ ਕਮਿਊਨੀਕੇਸ਼ਨ ਗ੍ਰਾਂਟਸ ਤੁਹਾਡੇ ਟਾਈਮਲੀ ਉਹ ਸਾਡੀਆਂ ਇੰਸਪੈਕਸ਼ਨ ਕਰਦੇ ਰਹੇ ਆ। ਅਸੀਂ ਆਪਣੇ ਸਟਾਫ ਦੀਆਂ ਅਪਰੇਜਰ ਰਿਪੋਰਟਸ ਉਹਨਾਂ ਨੂੰ ਭੇਜਦੇ ਰਹਿੰਦੇ ਆ। ਤਾਂ ਇਹ ਸਾਰਾ ਕੁਝ ਸਾਡੇ ਨਾਲ ਵਾਪਰਦਾ ਹੈ। ਔਰ ਅਗਲੀ ਜਿਹੜੀ ਇਹਦੇ ਵਿੱਚ ਗੱਲ ਹੈ ਉਹ ਹੈ ਕਿ ਸਾਨੂੰ ਆਪਣੀ ਮੈਨੇਜਮੈਂਟ ਕਮੇਟੀ ਨਾਲ ਵੀ ਜਿਹੜਾ ਹੈ ਕਮਿਊਨੀਕੇਟ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਤੁਹਾਡਾ ਜੇ ਯੂਨੀਵਰਸਿਟੀ ਹੈ ਤਾਂ ਯੂਨੀਵਰਸਿਟੀ, ਜਾਂ ਨਹੀਂ ਤਾਂ ਸਕੂਲ ਹੈ ਤਾਂ ਸਕੂਲ ਬੋਰਡ ਜਿਹੜਾ ਹੈ ਉਹਦੇ ਨਾਲ ਤੁਹਾਨੂੰ ਕਮਿਊਨੀਕੇਟ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਸਕੂਲ ਦੇ ਵਿੱਚ ਜਿਹੜਾ ਹੈ ਟੀਚ ਕਰਦੇ ਹੋ ਤਾਂ ਤੁਹਾਨੂੰ ਜਿਹੜਾ NCERT ਜਿਹੜੀ ਸਟੇਟ ਕਾਉਂਸਲ ਹੈ, SCERT ਹੈ, ਡਾਈਟਸ ਨੇ, ਉਹਨਾਂ ਨਾਲ ਕਮਿਊਨੀਕੇਟ ਕਰਨਾ ਪੈਂਦਾ ਹੈ। ਔਰ ਕਾਲਜ ਲੈਵਲ ਦੇ ਉੱਪਰ ਸਾਨੂੰ ਯੂਨੀਵਰਸਿਟੀਜ਼ ਦੇ ਨਾਲ, ਸਾਨੂੰ ਜਿਹੜਾ ਹੈ UGC ਦੇ ਨਾਲ, ਸਾਨੂੰ NAC ਦੇ ਨਾਲ, ਸਾਨੂੰ ਆਪਣੀ CTE ਦੇ ਨਾਲ ਜਿਹੜਾ ਹੈ ਕਮਿਊਨੀਕੇਟ ਕਰਨਾ ਹੁੰਦਾ ਹੈ। ਔਰ ਉਹ ਕਮਿਊਨੀਕੇਸ਼ਨ ਬਹੁਤ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰ ਅਸੀਂ ਉਹਨਾਂ ਤੋਂ ਗ੍ਰਾਂਟਸ ਜਿਹੜੀਆਂ ਨੇ ਅਵੇਲ ਕਰਦੇ ਹਾਂ, ਕਈ ਵਾਰ ਅਸੀਂ ਉਹਨਾਂ ਤੋਂ ਉਹ ਸਾਡੇ ਤੋਂ ਕੋਈ ਡਾਟਾ ਜਿਹੜਾ ਹੈ ਉਹ ਉਸ ਦੀ ਡਿਮਾਂਡ ਕਰਦੇ ਆ, ਕਈ ਵਾਰ ਅਸੀਂ ਉਹਨਾਂ ਤੋਂ ਕੋਈ ਜਿਹੜੀ ਹੈ ਸਪੈਸ਼ਲ ਇਨਫੋਰਮੇਸ਼ਨ ਜਿਹੜੀ ਹੈ ਉਸ ਦੀ ਡਿਮਾਂਡ ਕਰਦੇ ਆ। ਤਾਂ ਉਹ ਕਮਿਊਨੀਕੇਸ਼ਨ ਚੱਲਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ ਸਾਡੀ ਕਮਿਊਨਿਟੀ ਨਾਲ ਕਮਿਊਨੀਕੇਸ਼ਨ ਜਿਹੜੀ ਹੈ ਉਹ ਵੀ ਚੱਲਦੀ ਰਹਿੰਦੀ ਹੈ। ਕਮਿਊਨਿਟੀ ਕਮਿਊਨੀਕੇਸ਼ਨ ਜਿਹੜੀਆਂ ਨੇ ਅਸੀਂ ਕਮਿਊਨਿਟੀ ਗੈਦਰਿੰਗਸ ਕਰਦੇ ਹਾਂ, ਜਿਵੇਂ ਮਾਲਵਾ ਹਰ ਸਾਲ 5 ਦਸੰਬਰ ਨੂੰ ਜਿਹੜਾ ਹੈ ਜਾਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸੈਲੀਬ੍ਰੇਸ਼ਨ ਕਰਦੇ ਹਾਂ ਅਸੀਂ ਬਰਥ ਦਾ, ਉਹ ਉਸ ਟਾਈਮ ਦੇ ਉੱਪਰ ਅਸੀਂ ਸਾਰੀ ਕਮਿਊਨਿਟੀ ਨੂੰ ਇਨਵੋਲਵ ਕਰਦੇ ਹਾਂ। ਔਰ ਸਾਡੇ ਸੀਨੀਅਰ ਜਿਹੜੀ ਹੈ ਸੀਨੀਅਰ ਸਿਟੀਜ਼ਨ ਦੀ ਮੀਟਿੰਗਸ ਜਿਹੜੀਆਂ ਨੇ ਅਸੀਂ ਉਹ ਕਾਲ ਕਰਦੇ ਹਾਂ। ਤੇ ਇਹ ਸਾਰਾ ਕੁਝ ਸਾਡੇ ਕੋਲ ਐਨੂਅਲ ਫੰਕਸ਼ਨ ਦੇ ਤੌਰ ਤੇ ਚੱਲਦਾ ਰਹਿੰਦਾ, ਐਨੂਅਲ ਐਕਟੀਵਿਟੀਜ਼, ਜਿੱਥੇ ਅਸੀਂ ਕਮਿਊਨਿਟੀ ਤੋਂ ਆਪਣੀਆਂ ਇਨਪੁਟਸ ਲੈਂਦੇ ਰਹਿੰਦੇ ਹਾਂ। ਔਰ ਗਾਈਡੈਂਸ ਐਂਡ ਕਾਉਂਸਲਿੰਗ ਬਿਊਰੋ ਜਿਹੜਾ ਰਹਿੰਦਾ ਹੈ ਉਹ ਸਾਡੀ ਪਲੇਸਮੈਂਟ ਏਜੰਸੀ ਹੁੰਦਾ। ਔਰ ਪਲੇਸਮੈਂਟ ਏਜੰਸੀ ਹੁੰਦਿਆਂ ਉਹ ਸਾਡੇ ਜਿਹੜੇ ਸਟੇਕ ਹੋਲਡਰਸ ਨੇ, ਜਿੱਥੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਪਲੇਸ ਕਰਵਾਇਆ ਜਾ ਸਕਦਾ। ਉਹ ਸਕੂਲ ਹੋ ਸਕਦੇ ਆ, ਉਹ ਕਾਲਜਸ ਹੋ ਸਕਦੇ ਆ, ਉਹ ਕੋਈ ਜਿਹੜਾ ਹੈ ਸਪੈਸ਼ਲ ਸਕੂਲ ਹੋ ਸਕਦਾ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਬੋਡੀ ਹੋ ਸਕਦੀ ਹੈ ਜਿੱਥੇ ਉਹਨਾਂ ਸਟੂਡੈਂਟ ਦੀ ਪੋਸੀਬਲ ਹੈ। ਅਸੀਂ ਸਟੇਟ ਗਾਈਡੈਂਸ ਬਿਊਰੋ ਦੀ ਨਹੀਂ ਤਾਂ ਸਰ ਬਹੁਤ ਸਾਰੀਆਂ ਮੀਟਿੰਗ ਕਰਾਉਂਦੇ ਰਹਿੰਦੇ ਆ। ਜਦੋਂ ਵੀ ਉਹਨਾਂ ਕੋਲ ਕੋਈ ਕਾਲ ਆਉਂਦੀ ਹੈ ਡਿਸਟ੍ਰਿਕਟ ਬਿਊਰੋ ਦੀ ਤਾਂ ਉਹ ਸਾਡੇ ਕੋਲ ਕਈ ਵਾਰ ਟਾਕਸ ਆਰਗੇਨਾਈਜ਼ ਕਰਵਾ ਲੈਂਦੇ ਆ, ਕਈ ਵਾਰ ਕੋਈ ਸਪੈਸ਼ਲ ਮੀਟਿੰਗ ਅਰੇਂਜ ਕਰ ਲੈਂਦੇ ਆ। ਤਾਂ ਇਸ ਤਰ੍ਹਾਂ ਅਸੀਂ ਕਮਿਊਨੀਕੇਟ ਕਰਦੇ ਰਹਿੰਦੇ ਆ। ਔਰ ਸਾਡਾ ਪਲੇਸਮੈਂਟ ਸੈੱਲ ਸਕੂਲਾਂ ਤੋਂ ਵੀ ਡਿਮਾਂਡ ਜਿਹੜੀ ਹੈ ਲੈਂਦਾ ਰਹਿੰਦਾ ਕਿ ਕਿਸੇ ਸਕੂਲ ਦੇ ਵਿੱਚ ਕੋਈ ਜੌਬ ਵੈਕੈਂਸੀਜ਼ ਹੋਣ। ਔਰ ਸਕੂਲ ਜਿਹੜੇ ਹੈ ਉਹ ਵੀ ਸਾਡੇ ਪਲੇਸਮੈਂਟ ਸੈੱਲ ਨੂੰ ਆਪਣੀ ਐਡਵਰਟੀਜ਼ਮੈਂਟ ਭੇਜਦੇ ਰਹਿੰਦੇ ਆ, ਜਿਹੜੀਆਂ ਅਸੀਂ ਤੁਹਾਡੇ ਗਰੁੱਪ 'ਚ ਸ਼ੇਅਰ ਕਰਦੇ ਆ, ਜਿਹਦੇ ਥਰੂ ਤੁਸੀਂ ਜਿਹੜਾ ਹੈ ਜਾ ਕੇ ਜਾਂ ਤਾਂ ਫਾਰਮ ਫਿਲ ਕਰ ਸਕਦੇ, ਜਾਂ ਇੰਟਰਵਿਊ ਫੇਸ ਕਰ ਸਕਦੇ ਹੋ, ਜਾਂ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪੋਸੀਬਿਲਿਟੀ ਬਣਦੀਆਂ ਨੇ। ਉਸ ਤੋਂ ਬਾਅਦ ਪੇਰੈਂਟਸ ਜਿਹੜਾ ਹੈ, ਔਰ ਭਾਵੇਂ ਇੰਟਰਨਲ ਪਾਰਟ ਹੈ ਪਰ ਪੇਰੈਂਟਸ ਨਾਲ ਵੀ ਮੀਟਿੰਗ ਜਿਹੜੀਆਂ ਸਪੈਸ਼ਲ ਹੁੰਦੀਆਂ ਨੇ। ਉਸ ਤੋਂ ਬਾਅਦ ਹੈ ਕੁਝ ਵਲੰਟਰੀ ਆਰਗੇਨਾਈਜੇਸ਼ਨ ਜਿਹਨਾਂ ਨੂੰ NGOs ਕਹਿੰਦੇ ਆ। ਬਹੁਤ ਸਾਰੀਆਂ NGOs ਨਾਲ ਅਸੀਂ ਕਮਿਊਨੀਕੇਟ ਕਰਦੇ ਹਾਂ। ਸਾਡੇ ਕੋਲ ਬੜੀ ਕੰਕਰੀਟ ਐਗਜ਼ਾਮਪਲ ਹੈ ਵੀ ਸਾਡਾ ਰੋਟੈਕਟ ਕਲੱਬ ਇੱਕ NGO ਇੰਟਰਨੈਸ਼ਨਲ NGO ਦਾ ਜਿਹੜਾ ਹੈ ਸਬ ਆਰਗੇਨ ਹੈ। ਔਰ ਅਸੀਂ ਉਹਦੇ ਥਰੂ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀ ਐਕਟੀਵਿਟੀਜ਼ ਜਿਹੜੀਆਂ ਚੈਰਿਟੀ ਨਾਲ ਰਿਲੇਟਡ ਨੇ ਉਹ ਕਰਦੇ ਹਾਂ। ਔਰ ਉਹ ਸਾਨੂੰ ਕਾਫੀ ਸਾਰਾ ਜਿਹੜਾ ਹੈ ਬੱਚਿਆਂ ਨੂੰ ਇੱਕ ਤਾਂ ਸੋਸ਼ਲ ਓਰੀਐਂਟੇਸ਼ਨ ਹੋ ਜਾਂਦੀ ਹੈ, ਤੇ ਦੂਸਰਾ ਸਾਡੀ ਕਮਿਊਨਿਟੀ ਇੰਟਰੈਕਸ਼ਨ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਉਸ ਤੋਂ ਬਾਅਦ ਹੈ ਇੰਪਲਾਇਮੈਂਟ ਬਿਊਰੋ, ਜਿਹੜੀਆਂ ਇੰਪਲਾਇਮੈਂਟ ਐਕਸਚੇਂਜਸ ਨੇ ਬਣੀਆਂ ਹੋਈਆਂ ਪੰਜਾਬ ਦੇ ਵਿੱਚ, ਅਸੀਂ ਉਹਨਾਂ ਨਾਲ ਵੀ ਕਮਿਊਨੀਕੇਟ ਕਰਦੇ ਰਹਿੰਦੇ ਹਾਂ ਤਾਂ ਕਿ ਅਸੀਂ ਟਾਈਮਲੀ ਆਪਣੇ ਬੱਚਿਆਂ ਨੂੰ ਉੱਥੇ ਐਨਰੋਲ ਕਰਦੇ ਰਹੀਏ, ਤਾਂ ਕਿ ਜੇ ਉਹਨਾਂ ਨੂੰ ਜੌਬ ਨਾ ਮਿਲੇ ਤਾਂ ਬੇਰੁਜ਼ਗਾਰੀ ਭੱਤਾ ਜਿਹੜਾ ਹੈ ਉਹ ਮਿਲ ਜਾਵੇ।
100 ਵਧਾ ਦਿੱਤਾ, ਹੁਣ 125 रुपए पर मंथ कर दिता ਤੁਹਾਨੂੰ। 125 सर रुपए हर बेरोजगारी बंदे भत्ता कहाँ मिल रहा है? 125 रुपए कर देता, कल अनाउंस हो गया, ਤੁਸੀਂ ਦੁਬਾਰਾ ਅਪਲਾਈ ਕਰੋ, ਮਿਲੇਗਾ ਮੰਥਲੀ। ਪਰ ਐ ਕਰਿਓ, ਵਰਲਡ ਬੈਂਕ ਦਾ ਕੋਈ ਵਧੀਆ ਅਕਾਊਂਟ ਦਿਓ, ਛੋਟੇ ਅਕਾਊਂਟ 'ਚ ਪੈਸਾ ਪੈਣਾ ਨਹੀਂਗਾ। 125 रुपए महीने ਦੇ ਰਹੇ ਸਰਕਾਰ। बहुत ज्यादा दे रही सर, ये तो ਹੈ 125 रुपए बहुत ज्यादा है सर, बहुत ज्यादा ਹਾਂ है। ਨਹੀਂ ਨਹੀਂ, ਐ ਤੁਹਾਨੂੰ ਤਾਂ ਜ਼ਿਆਦਾ ਵੀ ਮਿਲੂਗਾ। ਤੁਹਾਡੇ ਕੋਲ ਤਾਂ ਜਿਹਨਾਂ ਨੇ ਕਿਹਾ ਜਿਹਦੇ ਕੋਲ MA ਡਬਲ MA ਜਾਂ ਕੋਈ ਹੋਰ ਹਾਇਰ ਡਿਗਰੀ ਹੋਏਗੀ, ਉਹਨਾਂ ਨੂੰ ਜਿਹੜਾ ਹੈ ਪਰ ਡਿਗਰੀ 1 ਰੁਪਇਆ ਜ਼ਿਆਦਾ ਮਿਲੇਗਾ ਪਰ ਡੇ। 1 रुपया। ਹਾਂ, ਤੇ ਉਹਨਾਂ ਨੂੰ 3.5 ਮਿਲਦਾ ਹੈ, ਗ੍ਰੈਜੂਏਟਸ ਨੂੰ 3.5 ਪਰ ਡੇ ਮਿਲਣੇ ਆ, ਤਾਂ ਤੁਹਾਨੂੰ ਮਤਲਬ ਵੱਧ ਮਿਲ ਸਕਦੇ ਆ। ਤੁਹਾਨੂੰ 4, 4.5, 5 ਰੁਪਏ ਵੀ ਦਿਹਾੜੀ ਤੇ ਮਿਲ ਸਕਦੇ, 150 ਤੱਕ ਵੀ ਜਾ ਸਕਦੇ, 160 ਤੱਕ। ਤਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇੰਪਲੋਇਮੈਂਟ ਬਿਊਰੋ ਤੋਂ ਤੁਹਾਨੂੰ ਇਸ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੋ ਜਾਣ, ਕਿਉਂਕਿ ਸਰਕਾਰ ਨੇ ਹੁਣ ਵੋਟਾਂ ਲੈਣੀਆਂ ਤੇ ਨੇੜੇ ਆ ਰਿਹਾ ਉਹਦਾ, ਤਾਂ ਹੁਣ ਬੇਰੁਜ਼ਗਾਰੀ ਭੱਤਾ ਤੁਹਾਨੂੰ ਮਿਲਣਾ, ਅਪਲਾਈ ਕਰ ਦਿਓ ਜੇ ਕਿਤੇ। ਅਗਲੀ ਗੱਲ ਜਿਹੜੀ ਕਰਨ ਲੱਗਿਆ ਉਹ ਹੈ ਪ੍ਰਿੰਸੀਪਲਸ ਆਫ ਕਮਿਊਨੀਕੇਸ਼ਨ। ਪ੍ਰਿੰਸੀਪਲਸ ਆਫ ਕਮਿਊਨੀਕੇਸ਼ਨ ਦਾ ਜਿਹੜਾ ਆਈਡੀਆ ਹੈ, ਇਹ ਜਗ੍ਹਾ ਤੇ ਇਸ ਤੋਂ ਪਹਿਲਾਂ ਆਪਾਂ ਇਹ ਚੀਜ਼ ਦੀ ਗੱਲ ਕਰ ਲਈਏ, ਇਹ ਬਹੁਤ ਜ਼ਰੂਰੀ ਹੈ। 7 C's ਦਾ ਮਤਲਬ ਹੈ ਇਫ ਯੂ ਵਾਂਟ ਟੂ ਕਮਿਊਨੀਕੇਟ ਇਨ ਅ ਬੈਟਰ ਵੇ, ਤਾਂ ਤੁਹਾਨੂੰ ਕਿਹੜੇ ਉਹ ਜਿਹੜੇ ਹੈ ਫਾਰਮੂਲਾ ਜਿਨ੍ਹਾਂ ਤੇ ਕੰਮ ਕਰਨਾ ਚਾਹੀਦਾ। ਉਹ ਕਹਿੰਦੇ ਆ ਕਿ ਕਲੀਅਰ ਕਮਿਊਨੀਕੇਟ ਹੋਣੀ ਚਾਹੀਦੀ ਹੈ। ਜਦੋਂ ਵੀ ਕਮਿਊਨੀਕੇਟ ਕਰੋ, ਦੇयर ਸ਼ੁਡ ਬੀ ਨੋ ਐਂਬੀਗੁਇਟੀ, ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਜੇ ਕੋਈ ਤੁਹਾਡੀ, ਪਹਿਲਾਂ ਤਾਂ ਇਹ ਦੇਖੋ ਕਿ ਮੀਡੀਆ ਕਿਹੜਾ ਚੁਣਨਾ ਹੈ। ਸਭ ਤੋਂ ਪਹਿਲਾਂ ਮੈਥਡ ਦੀ ਗੱਲ ਕਰੋ। ਮੈਥਡ ਹੈ ਕਿ ਤੁਸੀਂ ਰਿਟਨ ਕਰ ਰਹੇ ਹੋ, ਵਰਬਲ ਕਰ ਰਹੇ ਹੋ, ਜਾਂ ਜੈਸਚਰ ਕਰ ਰਹੇ ਹੋ। ਜੇ ਤੁਸੀਂ ਵਰਬਲ, ਜੇ ਤੁਸੀਂ ਰਿਟਨ ਕਰ ਰਹੇ ਹੋ ਤਾਂ ਰਿਟਨ 'ਚ ਇੰਨੀ ਕੁ ਕਲੈਰਿਟੀ ਹੋਣੀ ਚਾਹੀਦੀ ਹੈ ਲਿਖਣ ਦੇ ਵਿੱਚ ਕਿ ਬਹੁਤ ਟੈਕਨੀਕਲ ਵਰਡ ਯੂਜ਼ ਕਰ ਰਹੇ ਹੋ ਤਾਂ ਉਹਨਾਂ ਦੀ ਐਬਰੀਵੇਸ਼ਨ ਦੀ ਐਕਸਪਲੇਨੇਸ਼ਨ ਜਿਹੜੀ ਹੈ ਫੁੱਟਨੋਟ ਦੇ ਕੇ ਕਰ ਦਿਓ, ਤਾਂ ਕਿ ਮੇਰੇ ਵਰਗਾ ਜਿਹਦੀ ਲੈਂਗੁਏਜ ਥੋੜੀ ਪੂਅਰ ਹੈ ਉਹ ਵੀ ਸਮਝ ਸਕੇ ਵੀ ਅਸਲ 'ਚ ਇਹ ਸ਼ਬਦ ਕੀ ਕਹਿਣਾ ਚਾਹੁੰਦਾ। ਤਾਂ ਦੂਸਰੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਦੇਖੋ ਕਿ ਜਿਹੜਾ ਮਾਸਸ ਹੈ, ਜਿਸ ਨੂੰ ਤੁਸੀਂ ਕਮਿਊਨੀਕੇਟ ਕਰਨ ਜਾ ਰਹੇ ਹੋ, ਉਸ ਦਾ ਜਿਹੜਾ ਹੈ ਲਾਰਜ ਗਰੁੱਪ ਉਹ ਕਿਸ ਪਾਰਟਿਕੂਲਰ ਲੈਂਗੁਏਜ ਤੇ ਪ੍ਰਮਾਣ ਰੱਖਦਾ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਵੀ ਆਰ ਰੂਰਲ ਕਾਲਜ, 70% ਰੂਰਲ ਸੀਟਸ ਰਿਜ਼ਰਵਸ ਨੇ, ਤਾਂ ਅਸੀਂ ਜ਼ਿਆਦਾਤਰ ਕਮਿਊਨੀਕੇਸ਼ਨ ਜਿਹੜੀ ਹੈ ਸਾਡੀ ਉਹ ਪੰਜਾਬੀ 'ਚ ਹੋਣੀ ਚਾਹੀਦੀ ਹੈ। ਤਾਂ ਅਸੀਂ ਲੈਟਰਸ, ਅਸੀਂ ਜਿਹੜੀਆਂ ਐਪਲੀਕੇਸ਼ਨਸ ਨੇ, ਅਸੀਂ ਪਰਫਾਰਮੈਂਸ ਸਾਡੇ ਪੰਜਾਬੀ 'ਚ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਬੱਚਾ ਜਿਹੜਾ ਰੂਰਲ ਬੈਲਟ 'ਚੋਂ ਆਵੇ ਤਾਂ ਉਹਨੂੰ ਪ੍ਰੋਬਲਮ ਨਾ ਹੋਵੇ, ਤਾਂ ਕਿ ਉਹ ਉਸ ਨਾਲ ਡੀਲ ਕਰ ਸਕੇ। ਦੂਸਰੀ ਗੱਲ ਇਹ ਵੀ ਹੈ ਕਿ ਜੇ ਸਟੇਕ ਜਿਹੜਾ ਹੈ ਵੱਡਾ ਹਿੰਦੀ ਦਾ ਹੈ ਤਾਂ ਤੁਸੀਂ ਇੰਗਲਿਸ਼ ਕਮਿਊਨੀਕੇਟ ਨਹੀਂ ਕਰ ਸਕਦੇ। ਜੇ ਵੱਡਾ ਸਟੇਕ ਹਿੰਦੀ ਦਾ ਇੰਗਲਿਸ਼ ਦਾ ਹੈ ਤਾਂ ਤੁਸੀਂ ਪੰਜਾਬੀ ਕਮਿਊਨੀਕੇਟ ਨਹੀਂ ਕਰ ਸਕਦੇ। ਔਰ ਉਸ ਤੋਂ ਬਾਅਦ ਅਗਲੀ ਗੱਲ ਹੈ ਕਿ ਟੈਕਨੀਕਲ ਵਰਡ ਜਿਹੜੇ ਨੇ ਉਹਨਾਂ ਦੀ ਕਲੈਰਿਟੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ। ਕਈ ਵਾਰ ਕੋਈ ਵਰਡ ਹੈ ਉਸਦੀ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਹੈ ਕਮਿਊਨੀਕੇਸ਼ਨ ਨੂੰ ਡਿਲੂਟ ਕਰਦੀ ਹੈ। ਇੱਕ ਤਾਂ ਇਹ। ਦੂਸਰਾ ਹੈ ਕਰੈਕਟ ਕਮਿਊਨੀਕੇਸ਼ਨ, ਕਰੈਕਟ ਹੋਣੀ ਚਾਹੀਦੀ ਹੈ, ਕੰਸਾਈਜ਼ ਐਂਡ ਕਰੈਕਟ। ਕਰੈਕਟ ਦਾ ਮਤਲਬ ਕੀ ਹੈ ਕਿ ਇੱਕ ਤਾਂ ਫੈਕਚੁਅਲੀ ਉਹ ਜਿਹੜੀ ਹੈ ਫੈਕਟਸ ਉਹਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਉਹ ਬਹੁਤ ਕਲੀਅਰ ਹੋਣੇ ਚਾਹੀਦੇ, ਬਹੁਤ ਜ਼ਿਆਦਾ ਅਥੈਂਟੀਕੇਟਡ ਹੋਣੇ ਚਾਹੀਦੇ। ਕਦੇ ਵੀ ਕੋਈ ਪਰਸਨ ਕਿਸੇ ਸੋਰਸ ਤੋਂ ਵੀ ਉਸਨੂੰ ਦੁਬਾਰਾ ਤੋਂ ਚੈੱਕ ਕਰ ਸਕੇ, ਵੈਲੀਡੇਟ ਕਰ ਸਕੇ, ਤਾਂ ਉਹਦੇ ਵਿੱਚ ਕਰੈਕਸ਼ਨ, ਉਹਦੇ ਵਿੱਚ ਕੋਈ ਫਾਲਸ ਜਿਹੜੇ ਫੈਕਟ ਜਿਹੜੇ ਹੈ ਨੇ ਉਹ ਮੈਂਸ਼ਨ ਨਹੀਂ ਕਰਨੇ ਚਾਹੀਦੇ। ਇੱਕ ਤਾਂ ਇਹ। ਦੂਸਰਾ ਹੈ ਕਿ ਉਹਦੀ ਜਿਹੜੀ ਪ੍ਰੋਸੀਜਰਲ ਇੰਪੋਰਟੈਂਸ ਹੈ ਉਹਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਮਿਸ ਇੰਟਰਪ੍ਰੀਟੇਸ਼ਨ ਨਹੀਂ ਦਿੱਤੀ ਜਾਣੀ ਚਾਹੀਦੀ। ਜਦੋਂ ਤੁਸੀਂ ਕੋਈ ਇਨਫੋਰਮੇਸ਼ਨ ਦੇ ਰਹੇ ਹੋ ਉਸ ਦਾ ਮਤਲਬ ਕੀ ਹੈ, ਉਹ ਕਿੰਨੇ ਟਾਈਮ ਲਈ ਹੈ, ਔਰ ਉਹ ਕਿਵੇਂ, ਉਹਦੇ ਪ੍ਰੋਸੀਜਰਲ ਸਟੈਪ ਕੀ ਨੇ, ਇਹ ਸਾਨੂੰ ਪ੍ਰੋਪਰ ਦੱਸਣਾ ਹੋਏਗਾ। ਜਿਵੇਂ ਅਸੀਂ ਅੱਜ ਕਹਿ ਦਈਏ ਕਿ ਬੀਐਡ ਦੀ ਐਡਮਿਸ਼ਨ ਸ਼ੁਰੂ ਹੋ ਗਈਆਂ, ਕੱਲ ਤੋਂ ਐਨਰੋਲਮੈਂਟ ਸ਼ੁਰੂ ਨੇ, ਇਹ ਇੱਕ ਕਮਿਊਨੀਕੇਸ਼ਨ ਹੈ। ਕਲੀਅਰ ਹੈ? ਤੁਹਾਨੂੰ ਕਲੀਅਰ ਹੋ ਗਿਆ? ਇਹ ਕਿਸੇ ਦੇ ਦਿਮਾਗ 'ਚ ਕੋਈ ਕੁਐਸਚਨ ਹੈ ਇਸ ਨਾਲ ਰਿਲੇਟਡ? हेलो, हेलो, क्लियर है सर, क्लियर है। कोई क्वेश्चन नहीं आया। मैं ਤੁਹਾਨੂੰ ਕਿਹਾ ਕਿ ਕੱਲ ਤੋਂ ਬੀਐਡ ਦਾ ਜਿਹੜਾ ਹੈ ਐਡਮਿਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ। कोई क्वेश्चन नहीं? सर कोरोना टाइम में ये कैसे पॉसिबल हो गया? वो तो ऑनलाइन हो गया ना। एक बच्चे ने एडमिशन कराना है, वो भी पूछ रहा था। सर मेरा अवनिंदर सर ना क्लियर हो गया सी। की क्लियर होया?
ਉਹਨਾਂ ਨੇ ਪ੍ਰੋਸੀਜਰ ਦੱਸਤਾ ਸੀਗਾ ਵੀ ਕਿਵੇਂ ਕਰਨਾ ਪੈਣਾ ਪਹਿਲਾਂ। ਹਾਂ, ਮਤਲਬ ਜੇ ਮੈਂ ਸਿਰਫ ਇੰਨਾ ਕਹਿ ਦਵਾਂ ਕਿ ਕੱਲ ਤੋਂ ਸ਼ੁਰੂ ਹੋ ਗਿਆ, ਉਹ ਕੰਪਲੀਟ ਨਹੀਂ ਹੈ, ਉਹ ਕਲੀਅਰ ਨਹੀਂ ਹੈ, ਤਾਂ ਕਲੀਅਰ ਕਰਨ ਲਈ ਮੈਨੂੰ ਦੱਸਣਾ ਪਏਗਾ ਕਿ ਪੰਜਾਬੀ ਯੂਨੀਵਰਸਿਟੀ ਵੈਬਸਾਈਟ ਤੇ ਉੱਪਰ ਜਿਹੜਾ ਹੈ ਇੱਕ ਲਿੰਕ ਅਵੇਲੇਬਲ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ। ਤਾਂ ਸਾਨੂੰ ਕਲੀਅਰ ਦਾ ਮਤਲਬ ਹੈ ਯੂ ਹੈਵ ਟੂ ਮੈਂਸ਼ਨ ਈਚ ਐਂਡ ਐਵਰੀ ਸਟੈਪ ਆਫ ਦਾ ਪ੍ਰੋਸੀਜਰ ਟੂ ਮੇਕ ਇਟ ਅੰਡਰਸਟੈਂਡੇਬਲ, ਹੈ ਨਾ। ਔਰ ਉਸ ਤੋਂ ਬਾਅਦ ਕੰਪਲੀਟਨੈਸ ਵੀ ਇਹੀ ਹੈ ਕਿ ਜੋ ਗੱਲ ਕਹੀ ਗਈ ਹੈ ਉਹ ਉਹਦੇ ਸਟੈਪ ਬਾय ਸਟੈਪ ਜੇ ਜ਼ਰੂਰਤ ਹੈ ਤਾਂ ਯੂ ਹੈਵ ਟੂ ਮੈਂਸ਼ਨ दैट ਕਿ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਮਤਲਬ ਸਾਰੇ W ਜਿਹੜੇ ਨੇ ਉਹ ਮੈਂਸ਼ਨ ਕਰਨੇ ਪੈਣਗੇ ਵੀ ਹੈ ਕੀ, ਇਹ ਕਿਵੇਂ ਹੋਏਗੀ, ਕਿੱਥੇ ਅਵੇਲੇਬਲ ਹੈ, ਕਿਵੇਂ ਹੋਏਗੀ, ਔਰ ਕਿੰਨੇ ਟਾਈਮ ਦੇ ਵਿੱਚ ਇਹ ਕਰਨੀ ਜ਼ਰੂਰੀ ਹੈ, ਵਾਟ ਇਜ਼ ਟਾਈਮ ਲਿਮਿਟ। ਤਾਂ ਅਗਲੀ ਹੈ ਕੰਕਰੀਟਨੈਸ ਦਾ ਮਤਲਬ ਹੈ ਕਿ ਸਿਰਫ ਵਰਬਲ ਜਾਂ ਮਤਲਬ ਹੀਅਰਸੇ ਤੇ ਡਿਪੈਂਡ ਨਾ ਕਰੇ। देयर शुड बी सम ऑथेंटिकेट सोर्स ऑफ द इंफॉर्मेशन। जो ਤੁਸੀਂ ਕਮਿਊਨੀਕੇਟ ਕਰਨ ਜਾ ਰਹੇ ਹੋ, ਜੋ ਡਾਇਰੈਕਸ਼ਨਸ ਤੁਸੀਂ ਦੇਣ ਜਾ ਰਹੇ ਹੋ, ਉਹਦਾ ਕੋਈ ਕੰਕਰੀਟ ਸੋਰਸ ਹੋਣਾ ਚਾਹੀਦਾ ਕਿ ਡਿਊ ਟੂ ਦਿਸ ਰੀਜ਼ਨ। ਮਤਲਬ ਸਾਡੇ ਕੋਲ ਡਿਪਾਰਟਮੈਂਟਲ ਇੰਸਟਰਕਸ਼ਨ ਨੇ, ਜਿਵੇਂ ਕੱਲ ਹੀ ਅਸੀਂ ਇੱਕ ਜਿਹੜਾ ਹੈ ਆਨਲਾਈਨ ਕੁਇਜ਼ ਕਰਾਇਆ, ਉਹਦਾ ਕਾਰਨ ਸੀਗਾ ਕਿ ਵੀ ਹੈਵ ਮੈਂਸ਼ਨ दैट ਐਜ਼ ਪਰ द ਡਾਇਰੈਕਸ਼ਨਸ ਆਫ ਦ ਡਿਪਾਰਟਮੈਂਟ ਨੇ ਬੜੀਆਂ ਲੇਟ ਦਿੱਤੀਆਂ ਸੀ, ਉਵੇਂ ਹੀ ਉਸ ਨੂੰ ਕਨਵੇ ਕਰ ਦਿੱਤਾ। ਤਾਂ ਕੰਕਰੀਟਨੈਸ ਹੋਣੀ ਚਾਹੀਦੀ ਹੈ। ਅਗਲਾ ਹੈ ਕੰਸਾਈਜ਼ਨੈਸ ਦਾ ਮਤਲਬ ਇਹ ਹੈ ਕਿ ਮੰਨ ਲਓ ਹੁਣ ਗਵਰਨਮੈਂਟ ਨੇ ਸਰਕੂਲਰ ਜਾਰੀ ਕੀਤਾ ਕਿ ਨਾਓ ਵੀ ਵਾਂਟ ਟੂ ਸਟਾਰਟ ਦਾ ਬੀਐਡ ਐਡਮਿਸ਼ਨ ਪ੍ਰੋਸੀਜਰ, ਤਾਂ ਉਹ ਪ੍ਰੋਸੀਜਰ ਜਿਹੜਾ ਹੈ ਉਸ ਦੀ ਨੀਅਰ ਅਬਾਊਟ 30 ਪੇजेस ਦੀ ਇੱਕ ਜਿਹੜੀ ਹੈ ਸਰਕੂਲਰ ਉਹ ਇਸ਼ੂ ਕੀਤਾ ਗਿਆ ਕਿ ਉਹ 30 ਪੇजेस ਹੀ ਸਟੂਡੈਂਟ ਨੂੰ ਇਸ਼ੂ ਕਰ ਦੇਣੇ ਚਾਹੀਦੇ ਆ ਕਿ ਇਹ ਸਾਡਾ ਨੋਟਿਸ ਆ ਗਿਆ ਬੀਐਡ ਦੀ ਐਡਮਿਸ਼ਨ ਦਾ, 30 ਦੇ 30 ਪੇजेस ਸਾਨੂੰ ਕਰ ਦੇਣੇ ਚਾਹੀਦੇ ਆ। नहीं सर। ਹਾਂ, ਤਾਂ ਸਾਨੂੰ ਉਸ 30 ਪੇजेस ਜਿਹੜਾ ਬਲਕ ਆਫ ਇਨਫੋਰਮੇਸ਼ਨ ਹੈ ਉਸ ਦੀ ਕੋਈ ਵੈਲਿਊ ਨਹੀਂ ਹੁੰਦੀ। ਸਾਨੂੰ ਸਿਰਫ ਕੀ ਕਰਨਾ ਹੈ, ਵੀ ਹੈਵ ਟੂ ਮੈਂਸ਼ਨ ਦਾ ਓਪਨਿੰਗ ਡੇਟ, ਠੀਕ ਹੈ, ਕਲੋजिंग ਡੇਟ, ਫੀਸ, ਕੁਆਲੀਫਿਕੇਸ਼ਨ ਐਂਡ ਪ੍ਰੋਸੀਜਰ ਆਫ ਡੂਇੰਗ दैट ਰਜਿਸਟ੍ਰੇਸ਼ਨ। ਤਾਂ ਸਾਨੂੰ ਸਿਰਫ ਇੰਨਾ ਹੀ ਮੈਂਸ਼ਨ ਕਰਨਾ ਜਿੰਨਾ ਸਟੂਡੈਂਟ ਦੇ ਸਟੇਕ ਤੇ ਜ਼ਰੂਰੀ ਹੈ। ਅਗਲੀ ਹੈ ਕੰਸੀਡਰੇਸ਼ਨ, व्हाट ਟੂ ਕੰਸੀਡਰ। ਸਾਨੂੰ ਇਹ ਜ਼ਰੂਰ ਮੈਂਸ਼ਨ ਕਰਨਾ ਪਏਗਾ ਕਿ ਕੰਸੀਡਰੇਸ਼ਨ ਕੀ ਨੇ, ਮਤਲਬ ਚੈੱਕ ਪੁਆਇੰਟਸ ਕੀ ਨੇ। ਚੈੱਕ ਪੁਆਇੰਟਸ ਦਾ ਮਤਲਬ ਹੁੰਦਾ ਹੈ ओपनिंग डेट की है, क्लोजिंग डेट की है, फीस कदों तक है और कदों तक फीस जमा करा सकते हैं, और किन्ने दिन उस तो बाद फीस ਨੂੰ ਅਪਲੋਡ ਕਰਨ ਦੇ ਵਾਸਤੇ ਮਿਲੇ ਹੈ, ਕਿੰਨਾ ਟਾਈਮ ਕੀ ਕੁਆਲੀਫਿਕੇਸ਼ਨ ਹੋਏ ਮਿਨੀਮਮ, ਔਰ ਜਿਹੜਾ ਹੈ ਸਿਲੈਕਸ਼ਨ ਕੱਟ ਮੈਰਿਟ ਦਾ ਕੀ ਬਣੇਗਾ, ਔਰ ਮੈਰਿਟ ਜਿਹੜੀ ਹੈ ਉਹ ਕਦੋਂ ਡਿਸਪਲੇ ਕੀਤੀ ਜਾਏਗੀ, ਵਗੈਰਾ ਵਗੈਰਾ। ਤਾਂ ਉਹ ਸਾਰੀਆਂ ਕੰਸੀਡਰੇਸ਼ਨ ਸਾਨੂੰ ਜਿਹੜੀਆਂ ਨੇ ਉਹ ਜੋ ਬੇਸਿਕ ਨੈਸੈਸਿਟੀ ਆਫ ਜਿਹੜਾ ਹੈ ਪ੍ਰੋਸੀਜਰ ਹੈ ਉਹ ਮੈਂਸ਼ਨ ਕਰਨੀਆਂ ਜ਼ਰੂਰੀ ਨੇ। ਅੱਗੇ ਹੈ ਕਰਟਸੀ ਦਾ ਮਤਲਬ ਹੈ ਤੁਹਾਨੂੰ ਥੋੜਾ ਜਿਹਾ ਹੰਬਲ ਹੋਣਾ ਪਏਗਾ। ਤੁਹਾਡੀ ਵੋਕੈਬਲਰੀ ਜਿਹੜੀ ਹੈ ਓਪਨ ਮਾਰਕ ਔਰ ਕਲੋजिंग, ਕਾਈਂਡਲੀ, ਪਲੀਜ਼ ਤੋਂ ਬਾਅਦ ਜਿਹੜਾ ਕਲੋजिंग ਹੈ ਵਿਦ ਹੋ ਜਵੇ ਤਾਂ ਦੈਟ ਮੀਨ ਕਿ ਯੂ ਆਰ ਗਿਵਿੰਗ them ਰਿਸਪੈਕਟ। ਤਾਂ ਸਾਨੂੰ ਰਿਸਪੈਕਟ ਸ਼ੋ ਕਰਨੀ ਬਹੁਤ ਜ਼ਰੂਰੀ ਹੈ। ਇਹ ਇੰਪੋਰਟੈਂਸ ਸਾਨੂੰ ਰੱਖਣੀ ਪਏਗੀ। ਔਰ ਇੱਕ ਜਿਹੜੇ ਅਸੀਂ ਇਹਦੇ ਵਿੱਚ ਬੈਰੀਅਰਸ ਨੇ ਉਹਨਾਂ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਉਹ ਬੈਰੀਅਰਸ ਨੇ ਜਿਹੜੇ ਕਮਿਊਨੀਕੇਸ਼ਨ ਨੂੰ ਜਿਹੜਾ ਹੈ ਪ੍ਰੋਬਲਮੈਟਿਕ ਬਣਾਉਂਦੇ ਆ। ਮਲਟੀਪਲਿਸਿਟੀ ਆਫ ਆਰਗੇਨਾਈਜੇਸ਼ਨਲ ਲੇਅਰਸ। ਜਦੋਂ ਕਮਿਊਨੀਕੇਸ਼ਨ ਬੜੇ ਸਾਰੇ ਮਤਲਬ ਲੇਅਰਸ ਦੇ ਵਿੱਚੋਂ ਬੜੀਆਂ ਸਾਰੀਆਂ ਤਹਿਆਂ ਚੋਂ ਹੋ ਕੇ ਗੁਜ਼ਰਦੀ ਹੈ ਤਾਂ ਉਹ ਡਿਲੀਊਟ ਹੁੰਦੀ ਜਾਂਦੀ ਹੈ, ਠੀਕ ਹੈ, ਜਾਂ ਡਿਸਟਾਰਟ ਹੁੰਦੀ ਜਾਂਦੀ ਹੈ। ਜਾਂ ਇਹ ਉਸ ਤਰ੍ਹਾਂ ਦੀ ਗੱਲ ਸਮਝੋ ਕਿ ਜਿਵੇਂ ਪਿੰਡ ਦੀਆਂ ਬੁੜੀਆਂ ਕੋਲ ਕੋਈ ਪਹਿਲੀ ਔਰਤ ਨੂੰ ਜਿਹੜੀ ਕੋਈ ਗੱਲ ਪਤਾ ਲੱਗਦੀ ਹੈ ਤੇ ਜਿਹੜੀ ਆਖਰੀ ਤੁਹਾਨੂੰ ਪਿੰਡ 'ਚ ਦੱਸਦੀ ਹੈ ਜਦੋਂ ਤੱਕ ਉਹ ਸਰਕਲ ਪੂਰਾ ਕਰ ਜਾਂਦਾ, ਜਿਹਨੂੰ ਕਹਿੰਦੇ ਉਹ ਹਵਾ 'ਚ ਘੁੰਮਣ ਵਾਲੀਆਂ ਸਟੋਰੀਆਂ, ਚੁਗਲੀ ਜਿਹਨੂੰ ਕਹਿੰਦੇ ਆ। ਤਾਂ ਉਹ ਜਦੋਂ ਚੁਗਲੀ ਆਖੀਰ 'ਚ ਆਉਂਦੀ ਹੈ ਤਾਂ ਉਹ ਜੇ ਕਿਤੇ ਮਤਲਬ ਚੂਹਾ ਮਰਿਆ ਹੋਵੇ ਤਾਂ ਇਹ ਕਹਿੰਦੇ ਆ ਕਿ ਜਿਹੜਾ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਟੈਰਰਿਸਟ ਮਾਰ ਦਿੱਤਾ ਗਿਆ। ਤਾਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ, ਇੰਨੀ ਡਿਸਟੋਰਸ਼ਨ ਜਿਹੜੀ ਹੈ ਉਹ ਪੋਸੀਬਲ ਹੈ। ਤਾਂ ਇਹਦਾ ਮਤਲਬ ਜੇ ਰਿਟਨ ਕਮਿਊਨੀਕੇਸ਼ਨ ਨਹੀਂ ਹੈ, ਜੇ ਵਰਬਲ ਕਮਿਊਨੀਕੇਟ ਕੀਤਾ ਜਾ ਰਿਹਾ ਹੈ ਤਾਂ ਉਹ ਮੈਸੇਜ ਜਦੋਂ ਮਲਟੀ ਲੇਅਰ ਦੇ ਵਿੱਚੋਂ ਪਾਸ ਹੁੰਦਾ ਤਾਂ ਉਸ ਦੀ ਜਿਹੜੀ ਇੰਪੈਕਟ ਹੈ ਉਸ ਦੀ ਡਿਸਟੋਰਸ਼ਨ ਦੇ ਕਾਰਨ ਉਹਦੇ ਵਿੱਚ ਜਿਹੜਾ ਇੰਪੈਕਟ ਹੈ ਉਹ ਖਤਮ ਹੋ ਜਾਂਦਾ ਤੇ ਕਈ ਵਾਰ ਉਹ ਪ੍ਰੋਪਰਲੀ ਕਨਵੇ ਵੀ ਨਹੀਂ ਹੁੰਦਾ। ਤਾਂ ਇਸੇ ਕਾਰਨ ਇਹ ਕਿਹਾ ਜਾਂਦਾ ਕਿ ਇਹ ਬਹੁਤ ਵੱਡਾ ਬੈਰੀਅਰ ਬਣਦਾ। ਬੈਰੀਅਰ ਇਸ ਦੇ ਕਾਰਨ ਨੇ ਕਿ ਜਿੰਨੀਆਂ ਲੇਅਰ 'ਚ ਹੋਏਗਾ ਉਨੀ ਜਗ੍ਹਾ ਤੇ ਮੀਡੀਅਮ ਦਾ, ਉਨੀ ਜਗ੍ਹਾ ਤੇ ਲੈਂਗੁਏਜ ਦਾ, ਉਨੀ ਜਗ੍ਹਾ ਦੇ ਉੱਪਰ ਵੋਕੈਬਲਰੀ ਦਾ ਜਿਹੜਾ ਇਫੈਕਟ ਹੈ ਉਹਦੇ ਤੇ ਆਏਗਾ। ਇਸ ਲਈ ਜ਼ਰੂਰੀ ਇਹ ਹੁੰਦਾ ਹੈ ਕਿ ਜਦੋਂ ਤੁਹਾਡੇ ਮਲਟੀ ਲੇਅਰ ਆਰਗੇਨਾਈਜੇਸ਼ਨ ਹੋਵੇ ਤਾਂ ਇਸ ਬੈਰੀਅਰ ਨੂੰ ਕਿਵੇਂ ਕਵਰ ਕੀਤਾ ਜਾ ਸਕਦਾ ਕਿ ਤੁਸੀਂ ਰਿਟਨ ਕਮਿਊਨੀਕੇਟ ਕਰੋ। ਤਾਂ ਰਿਟਨ ਕਮਿਊਨੀਕੇਸ਼ਨ ਜਿਹੜੀ ਹੈ ਉਹ ਸਿਰਫ ਨੋਟਿੰਗ ਲੱਗ ਕੇ ਅੱਗੇ ਜਾਂਦੀ ਰਹਿੰਦੀ ਹੈ। ਜਿਵੇਂ ਮੰਨ ਲਓ ਡਿਪਾਰਟਮੈਂਟ DPI ਨੇ ਭੇਜਿਆ, DPI ਨੇ ਪ੍ਰਿੰਸੀਪਲ ਨੂੰ ਭੇਜ ਦਿੱਤਾ, ਪ੍ਰਿੰਸੀਪਲ ਨੇ ਉੱਪਰ ਨੋਟਿੰਗ ਲਗਾ ਕੇ ਹੈਡ ਨੂੰ ਭੇਜ ਦਿੱਤਾ,
ਡਿਪਾਰਟਮੈਂਟ ਹੈਡ ਨੇ ਉਸ ਤੇ ਨੋਟਿੰਗ ਲਗਾ ਕੇ ਕੰਸਰਨਡ ਟੀਚਰ ਨੂੰ ਭੇਜ ਦਿੱਤਾ, ਟੀਚਰ ਨੇ ਉਸ ਦੇ ਉੱਪਰ ਨੋਟਿੰਗ ਲਗਾ ਕੇ ਕਿਸੇ ਪਾਰਟਿਕੂਲਰ ਅਸਿਸਟੈਂਟ ਨੂੰ ਕਹਿ ਦਿੱਤਾ, ਭਾਵੇਂ ਕੋਈ ਓਐਸਡੀ ਹੈ, ਕਿ ਇਹ ਜਿਹੜੀ ਇਨਫੋਰਮੇਸ਼ਨ ਇਸ ਨੂੰ ਕੰਪਾਈਲ ਕਰੋ, ਅਸੀਂ ਰਿਵਰਟ ਕਰਨੀ ਹੈ। ਤਾਂ ਉਹਦੇ ਵਿੱਚ ਜਿਹੜਾ ਮੇਨ ਕੰਟੈਂਟ ਆਫ ਮੈਸੇਜ ਹੈ ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ, ਉਹ ਸਾਰਾ ਸੇਮ ਟਰੈਵਲ ਕਰਦਾ। ਸਿਰਫ ਇੰਨਾ ਹੈ ਕਿ ਉੱਤੇ ਨੋਟਿੰਗ ਲੱਗਦੀਆਂ ਰਹਿੰਦੀਆਂ ਨੇ। ਇਹ ਹੋ ਸਕਦਾ ਕਿ ਉਹ 10 ਵਾਰ ਫੋਟੋਕਾਪੀ ਹੋਇਆ ਹੋਵੇ ਤੇ ਉਹਦੇ ਨਾਲ ਉਹਦੀ ਜਿਹੜੀ ਹੈ ਕਲੈਰਿਟੀ ਜਾਂ ਉਹਦੀ ਡਿਮਨੈਸ ਜਿਹੜੀ ਹੈ ਉਹ ਜ਼ਿਆਦਾ ਹੋ ਗਈ ਹੋਵੇ, ਅਦਰਵਾਈਜ਼ ਉਹਦੀ ਵੋਕੈਬਲਰੀ ਜਿਹੜੀ ਹੈ ਜਾਂ ਉਸਦਾ ਜਿਹੜਾ ਕੰਟੈਕਸਟ ਦਾ ਟੈਕਸਟ ਹੈ ਉਹ ਫਰਕ ਨਹੀਂ ਪਏਗਾ। ਅਗਲੀ ਹੈ ਲੈਂਗੁਏਜ ਬੈਰੀਅਰ। ਜਦੋਂ ਅਸੀਂ ਕਮਿਊਨੀਕੇਟ ਕਰਦੇ ਹਾਂ ਤਾਂ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਲੈਂਗੁਏਜ, ਠੀਕ ਹੈ, ਇਹ ਵਰਬਲ ਲਈ ਵੀ ਹੈ, ਇਹ ਨਾਨ ਵਰਬਲ ਲਈ ਵੀ ਹੈ। ਇੰਗਲਿਸ਼, ਸਾਡੇ ਭਾਰਤ 'ਚ ਇੰਗਲਿਸ਼ ਇੰਨੇ ਤਰ੍ਹਾਂ ਦੀ ਬੋਲੀ ਜਾਂਦੀ ਹੈ ਜਿੰਨੀਆਂ ਸਟੇਟਸ ਨੇ। ਤਾਮਿਲੀਅਨ ਦੀ ਇੰਗਲਿਸ਼ ਤੁਸੀਂ ਦੇਖੋ, ਉਹ ਟੋਟਲੀ ਡਿਫਰੈਂਟ ਹੈ। ਬੰਗਾਲੀ ਦੀ ਦੇਖੋ, ਉਹ ਟੋਟਲੀ ਡਿਫਰੈਂਟ ਹੈ। ਹਰਿਆਣਾ ਵਾਲਿਆਂ ਦੀ ਦੇਖੋ, ਉਹ ਮਾਸ਼ਾ ਅੱਲਾਹ ਹੈ। ਪੰਜਾਬੀਆਂ ਦੀ ਜਦੋਂ ਦੇਖੋਗੇ, ਖਾਸ ਤੌਰ ਤੇ ਨਾਰਮਲ ਦੇਖੋ, ਤੇ ਜੇ ਕਿਸੇ ਦਾ ਪੈਗ ਲੱਗਿਆ ਹੋਵੇ ਤੇ ਫੇਰ ਦੇਖੋ, ਤਾਂ ਉਹ ਟੋਟਲੀ ਡਿਫਰ ਕਰਦੀਆਂ ਨੇ। ਤਾਂ ਇਸ ਕਾਰਨ ਲੈਂਗੁਏਜ ਬੈਰੀਅਰ ਜਿਹੜੇ ਨੇ ਉਹ ਚੀਜ਼ਾਂ ਨੂੰ ਸਮਝਣ ਤੇ ਸਮਝਾਉਣ 'ਚ ਇਫੈਕਟ ਰੱਖਦੇ ਆ। ਜਦੋਂ ਬੋਲ ਕੇ ਤੁਸੀਂ ਕਮਿਊਨੀਕੇਟ ਕਰ ਰਹੇ ਹੁੰਦੇ ਹੋ ਉਦੋਂ ਲੈਂਗੁਏਜ ਸਿਰਫ ਜਿਹੜਾ ਐਸੈਂਟ ਹੈ, ਜਿਸ ਦੇ ਥਰੂ ਅਸੀਂ ਉਸ ਨੂੰ ਪ੍ਰੋਪਰ ਵੇ ਨਾਲ ਜਿਹੜਾ ਹੈ ਪ੍ਰੋਨਾਂਸ ਕਰਨਾ ਹੈ, ਉਹ ਇਫੈਕਟ ਜਿਹੜਾ ਹੈ। ਪਲੱਸ ਜਦੋਂ ਅਸੀਂ ਰਿਟਨ 'ਚ ਭੇਜਦੇ ਹਾਂ ਤੇ ਉਦੋਂ ਰੀਡੇਬਿਲਿਟੀ ਦਾ ਇਫੈਕਟ, ਕਿ ਕੋਈ ਪੜ੍ਹ ਸਕਦਾ ਕਿ ਨਹੀਂ ਪੜ੍ਹ ਸਕਦਾ, ਔਰ ਕੁਝ ਕਿਸੇ ਸ਼ਬਦਾਂ ਦੇ ਵਰਡ ਮੈਂ ਇੱਕ ਦਿਨ ਆਪਾਂ ਗੱਲ ਕੀਤੀ ਸੀ ਕਿ ਦਿਸ ਇਜ਼ ਮਾਈ ਗਰਲ, ਨਾ ਸ਼ੀ ਇਜ਼ ਮਾਈ ਗਰਲ, ਹੈ ਨਾ, ਕਾਈਂਡਲੀ ਹੈਲਪ ਹਿਮ ਟੂ ਫਾਈਂਡ ਆਊਟ ਦਾ ਅਕੋਮੋਡੇਸ਼ਨ। ਤਾਂ ਉਹ ਇੱਕ ਗਰਲ ਸ਼ਬਦ ਜਿਹੜਾ ਹੈ ਉਹ ਦੋ ਕਲਚਰ 'ਚ ਡਿਫਰੈਂਟ ਜਿਹੜਾ ਹੈ ਇਫੈਕਟ ਰੱਖਦਾ ਹੈ। ਤੇ ਇਸ ਕਰਕੇ ਜਦੋਂ ਤੁਸੀਂ ਆਊਟ ਆਫ ਦਾ ਇੰਸਟੀਟਿਊਟ ਕਮਿਊਨੀਕੇਟ ਕਰੋ ਤਾਂ ਯੂ ਸ਼ੁੱਡ ਬੀ ਅਵੇਅਰ ਅਬਾਊਟ ਦਾ ਕਲਚਰਲ ਗੈਪ ਬਿਟਵੀਨ ਦਾ ਕਮਿਊਨੀਕੇਟਰਸ ਪਾਰਟੀ। ਦੋ ਜਿਹੜੀਆਂ ਕਮਿਊਨੀਕੇਟ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ 'ਚ ਕਲਚਰਲ ਗੈਪ ਕੀ ਹੈ, ਇਹ ਸਾਨੂੰ ਸਮਝਣਾ ਪਏਗਾ। ਜੇ ਤੁਹਾਡਾ ਉਹ ਤੁਹਾਡਾ ਸਿਰਫ ਨਾਰਥ ਤੇ ਸਾਊਥ ਦੀਆਂ ਸਟੇਟਸ ਦੇ ਵਿਚਲਾ ਫਰਕ ਹੈ ਤਾਂ ਵੀ ਡਿਫਰ ਕਰੇਗਾ, ਤੇ ਜੇ ਉਹ ਏਸ਼ੀਆ ਤੇ ਯੂਰਪ ਦੀਆਂ ਦੋ ਪਾਰਟੀਆਂ ਕਮਿਊਨੀਕੇਟ ਕਰ ਰਹੀਆਂ ਤਾਂ ਉੱਥੇ ਵੀ ਫਰਕ ਜਿਹੜਾ ਹੈ ਸਿਮੈਂਟਿਕ ਜਿਹੜਾ ਹੈ ਉਹ ਡਿਫਰ ਕਰੇਗਾ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰਨਾ ਜ਼ਰੂਰੀ ਹੈ। ਸਟੇਟਸ ਬੈਰੀਅਰ ਵੀ ਰਹਿੰਦੇ ਆ। ਸਟੇਟਸ ਬੈਰੀਅਰ ਦਾ ਮਤਲਬ ਹੈ ਕਿ ਜਦੋਂ ਤੁਸੀਂ ਆਪਣੇ ਤੋਂ ਹਾਇਰ ਅਥਾਰਟੀ ਨਾਲ ਕਮਿਊਨੀਕੇਟ ਕਰ ਰਹੇ ਹੋ ਤਾਂ ਤੁਹਾਡੀ ਜਿਹੜੀ ਫਾਰਮੇਸ਼ਨ ਆਫ ਕਮਿਊਨੀਕੇਸ਼ਨ ਹੈ ਉਹ ਟੋਟਲੀ ਡਿਫਰ ਹੋਏਗੀ। ਉਹਦੇ ਵਿੱਚ ਰਿਕੁਐਸਟ ਹੋਏਗੀ, ਉਹਦੇ ਵਿੱਚ ਪਲੀਜ਼ ਹੋਏਗਾ, ਉਹਦੇ ਵਿੱਚ ਇੱਕ ਤਰ੍ਹਾਂ ਨਾਲ ਹੰਬਲਨੈਸ ਹੋਏਗੀ। ਜਦੋਂ ਤੁਸੀਂ ਆਪਣੇ ਤੋਂ ਹਾਇਰਾਰਕੀਅਲ ਆਰਡਰ 'ਚ ਜਿਹੜਾ ਹੈ ਜੂਨੀਅਰਸ ਨਾਲ ਕੰਮ ਨੂੰ ਕਨਵੇ ਕਰ ਰਹੇ ਹੋ, ਦੈਨ ਯੂ ਆਰ ਇਨ ਪੋਜੀਸ਼ਨ ਟੂ ਡਾਇਰੈਕਟ, ਫਿਰ ਤੁਸੀਂ ਡਾਇਰੈਕਟ ਕਰਦੇ ਹੋ। ਤਾਂ ਆਈ ਬੈਗ ਟੂ ਸੇ ਦੈਟ ਕਦੋਂ ਲਿਖਣਾ ਹੈ, ਆਈ ਇੰਸਟਰਕਟ ਯੂ ਕਦੋਂ ਲਿਖਣਾ ਹੈ, ਦੈਟ ਇਜ਼ ਅ ਡਿਫਰੈਂਸ ਆਫ ਸਟੇਟਸ। ਤਾਂ ਬੈਰੀਅਰ ਇਹੀ ਨੇ ਕਿ ਜਦੋਂ ਤੁਸੀਂ ਸਟੇਟਸ ਰਿਲੇਸ਼ਨ ਦੇਖੋ, ਆਪਣੇ ਸੀਨੀਅਰਸ ਨੂੰ ਲਿਖੋ, ਤਾਂ ਤੁਸੀਂ ਹੰਬਲਨੈਸ ਜੇ ਨਹੀਂ ਰੱਖਦੇ ਤਾਂ ਉਹ ਜਿਹੜੀ ਤੁਹਾਡੀ ਲੈਟਰ ਜਾਂਦੀ ਹੈ ਉਹ ਉਸਨੂੰ ਸਮਝਦਾ ਕਿ ਦੈਟ ਪਰਸਨ ਇਜ਼ ਟਰਾਈਂਗ ਟੂ ਇੰਸਟਰਕਟ ਮੀ, ਤੇ ਉਸ ਨੂੰ ਪਹਿਲਾਂ ਹੀ ਪਾੜਦਾ ਤੇ ਡਸਟਬਿਨ 'ਚ ਜਿਹੜਾ ਹੈ ਸਿੱਟ ਦਿੰਦਾ। ਠੀਕ ਹੈ। ਔਰ ਇਸ ਦਾ ਉਲਟਾ ਵੀ ਹੈ, ਰੈਸੀਪ੍ਰੋਕ ਵੀ ਹੈ। ਜੇ ਤੁਸੀਂ ਆਪਣੇ ਤੋਂ ਜੂਨੀਅਰ ਨੂੰ ਹਨਾ ਹਰ ਵਾਰੀ ਕਾਈਂਡਲੀ, ਪਲੀਜ਼, ਡੂ ਦ ਫੇਵਰ ਕਰਦੇ ਹੋ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਦੈਟ ਪਰਸਨ ਇਜ਼ ਨਾਟ ਇਨ ਅ ਕਮਾਂਡਿੰਗ ਪੋਜੀਸ਼ਨ, ਇਸ ਨੂੰ ਕੋਈ ਕਮੀ ਹੈ, ਜਾਂ ਤਾਂ ਇਸ ਨੂੰ ਪ੍ਰੋਪਰ ਨੌਲੇਜ ਨਹੀਂ ਹੈ, ਜਾਂ ਇਸ ਕੋਲ ਉਹ ਅਥਾਰਟੀ ਸਕਿੱਲ ਹੀ ਨਹੀਂ ਹੈ ਕਿ ਮੈਨੂੰ ਇੰਸਟਰਕਟ ਕਰ ਸਕੇ। ਤਾਂ ਉਹ ਫਿਰ ਕੀ ਕਰਦਾ, ਉਹ ਫੜਦਾ ਤੇ ਉਸ ਫਾਈਲ 'ਚ ਰੱਖ ਦਿੰਦਾ, ਜਿਹਨੂੰ ਨਾਨ ਸੀਰੀਅਸ ਫਾਈਲ ਕਹਿੰਦੇ ਆ, ਵੀ ਕੋਈ ਗੱਲ ਨਹੀਂ ਜਦੋਂ ਟਾਈਮ ਹੋਊਗਾ ਕਰ ਦਿਆਂਗੇ। ਤਾਂ ਇਹ ਇਫੈਕਟ ਜਿਹੜੇ ਨੇ ਇਹ ਬਹੁਤ ਜ਼ਿਆਦਾ, ਤਾਂ ਤੁਹਾਨੂੰ ਇਹ ਸਮਝਣਾ ਪਏਗਾ। ਉਸ ਤੋਂ ਬਾਅਦ ਹੈ ਫਿਜ਼ੀਕਲ ਡਿਸਟੈਂਸ। ਇਹ ਅੱਜ ਕੱਲ੍ਹ ਬਹੁਤ ਵੱਡਾ ਕਮਿਊਨੀਕੇਸ਼ਨ ਗੈਪ ਨਹੀਂ ਹੈ। ਫਿਜ਼ੀਕਲ ਡਿਸਟੈਂਸ ਹੁਣ ਆਨਲਾਈਨ ਦੇ ਸਿਸਟਮ ਦੇ ਵਿੱਚ ਕਿੱਥੇ ਹੈ, ਕਿਤੇ ਵੀ ਨਹੀਂ ਹੈ। ਠੀਕ ਹੈ, ਇਹ ਕੋਈ ਬਹੁਤ ਨਹੀਂ। ਇਮੋਸ਼ਨਲ ਜਾਂ ਸਾਈਕੋਲੋਜੀਕਲ ਬੈਰੀਅਰਸ ਜਿਹੜੇ ਨੇ ਉਹ ਜ਼ਰੂਰ ਰਹਿੰਦੇ ਆ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਮੈਸੇਜ ਜੋ ਅਸੀਂ ਜਿਹੜਾ ਪਰਸਨ ਹੈ ਲੀਡਰ ਹੈ ਉਸ ਦਾ ਐਟੀਟਿਊਡ ਤੇ ਜੋ ਰਿਸੀਵਰ ਹੈ ਉਸ ਦਾ ਐਟੀਟਿਊਡ ਜਿੰਨਾ ਡਿਫਰੈਂਸ ਹੋਏਗਾ ਉਨਾ ਹੀ ਜਿਹੜਾ ਹੈ ਉਹਦੇ ਵਿਚਲਾ ਇਫੈਕਟ ਜਿਹੜਾ ਹੈ ਉਹ ਫਰਕ ਰਹੇਗਾ। ਜਦੋਂ ਹਾਇਰ ਅਥਾਰਟੀ ਬੜੀ ਕੰਸਰਨਡ ਹੋਵੇ, ਬੜੀ ਪਿਓਰ ਹੋਵੇ, ਬੜੀ ਡੈਡੀਕੇਟਡ ਹੋਵੇ ਤਾਂ ਉਹ ਹਰ ਚੀਜ਼ ਨੂੰ ਸੀਰੀਅਸਲੀ ਲੈਂਦੀ ਹੋਵੇ, ਤੇ ਜੇ ਥੱਲੇ ਵਾਲਾ ਕਲਰਕ ਜਿਹੜਾ ਹੈ ਉਹ ਬਹੁਤ ਕਰਪਟ ਹੋਵੇ ਤਾਂ ਉਹ ਸਿਸਟਮ ਨੂੰ ਡਿਸਟੋਰਟ ਕਰਦਾ, ਉਹ ਮੈਸੇਜ ਨੂੰ ਡਿਸਟੋਰਟ ਕਰਦਾ ਹੈ। ਤਾਂ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਹੜਾ ਮੈਸੇਜ ਦੇ ਰਹੇ ਹੋ
ਉਹ ਸਾਈਕੋਲੋਜੀਕਲੀ ਇਕੁਅਲ ਪਿਚ ਤੇ ਲੋਕਾਂ ਨਾਲ ਕਮਿਊਨੀਕੇਸ਼ਨ ਹੋ ਰਹੀ ਹੈ, ਜਾਂ ਜਿਹੜਾ ਹੈ ਕਮਿਊਨੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਹਾਇਰਾਰਕੀਅਲ ਡਿਫਰੈਂਸਸ ਹਨ। ਜੇ ਹਾਇਰਾਰਕੀਅਲ ਡਿਫਰੈਂਸ ਹਨ ਤੇ ਸਾਈਕੋਲੋਜੀਕਲ ਬੈਰੀਅਰ ਵੀ ਆਣਗੇ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਅਥਾਰਟੀਜ਼ ਆਪਣੇ ਲੈਵਲ ਦੇ ਉੱਪਰ ਮੀਟਿੰਗਸ ਕਰਕੇ ਕੋਈ ਪਾਲਿਸੀ ਪਲਾਨ ਕਰਦੀਆਂ ਨੇ, ਉਹ ਇਕੁਅਲ ਲੈਵਲ ਦੇ ਉੱਪਰ, ਜੇ ਆਈਏਐਸ ਨੇ ਤਾਂ ਆਈਏਐਸ ਹੀ ਕਮਿਊਨੀਕੇਟ ਕਰ ਰਹੇ ਆ, ਜੇ ਪ੍ਰਿੰਸੀਪਲ ਨੇ ਤਾਂ ਪ੍ਰਿੰਸੀਪਲ ਦੀ ਕਮਿਊਨੀਕੇਟ ਕਰ ਰਹੇ ਆ, ਜੇ ਟੀਚਰ ਨੇ ਤਾਂ ਟੀਚਰ ਹੀ ਕਮਿਊਨੀਕੇਟ ਕਰ ਰਹੇ ਆ, ਤਾਂ ਉਸ ਟਾਈਮ ਦੇ ਉੱਪਰ ਉਹ ਬੜੀਆਂ ਰਿਫਾਈਨਡ ਤੇ ਬੜੀਆਂ ਮਤਲਬ ਅੱਛੀਆਂ ਇਫੈਕਟਿਵ ਪਾਲਿਸੀ ਪਲਾਨ ਕਰਦੇ ਆ। ਪਰ ਜਦੋਂ ਉਹ ਪਾਲਿਸੀਜ਼ ਲੋਅਰ ਲੈਵਲ ਤੇ ਗਰਾਊਂਡ ਵਰਕਰਸ ਲਈ, ਪੀਐਨਸ ਜਾਂ ਜਿਹੜੇ ਕਲਰਕ ਨੇ ਜਾਂ ਜਿਹੜੇ ਫੀਲਡ ਮਾਸਟਰ ਨੇ, ਉਹਨਾਂ ਤੱਕ ਜਾਂਦੀਆਂ ਫੇਲੀਅਰ ਹੋ ਜਾਂਦੀਆਂ। ਕਾਰਨ ਕੀ ਹੈ? ਉਹਨਾਂ 'ਚ ਪਿਓਰਿਟੀ ਨਹੀਂ ਹੈ। ਉਹ ਪਬਲਿਕ ਡੀਲਿੰਗ 'ਚ ਨੇ, ਉਹ ਐਡਮਿਨਿਸਟ੍ਰੇਟਿਵ ਪੋਸਟ ਤੇ ਨੇ। ਐਡਮਿਨਿਸਟ੍ਰੇਟਿਵ ਪੋਸਟ ਵਾਲੇ ਦੇ ਆਰ ਨਾਟ ਰਿਸਪੌਂਸਿਬਲ ਟੂ ਈਚ ਐਂਡ ਐਵਰੀਵਨ। ਉਹਨਾਂ ਨੂੰ ਰਿਸਪੌਂਸ ਨਹੀਂ ਕਰਨਾ ਹਰ ਇੱਕ ਨੂੰ। ਪਰ ਜਿਹੜੀ ਐਕਚੁਅਲ ਸਿਚੁਏਸ਼ਨ ਹੁੰਦੀ ਹੈ, ਜਿਸ ਨੂੰ ਕਹਿੰਦੇ ਪ੍ਰੈਕਟੀਕਲ ਗਰਾਊਂਡ ਰਿਐਲਿਟੀਜ਼ ਹੁੰਦੀਆਂ ਨੇ, ਉਹ ਟੋਟਲੀ ਡਿਫਰ ਕਰਦੀਆਂ ਨੇ ਜੋ ਅਸੀਂ ਪਲਾਨ ਕਰਦੇ ਹਾਂ। ਜਦੋਂ ਟੋਟਲੀ ਡਿਫਰ ਕਰਦੀਆਂ ਨੇ ਤਾਂ ਫਿਰ ਉਹ ਉਹਦੇ ਵਿੱਚ ਮੋਡੀਫਿਕੇਸ਼ਨ ਕਰਦੇ ਆ। ਬਹੁਤ ਸਾਰੀਆਂ ਮੋਡੀਫਿਕੇਸ਼ਨ ਹੁੰਦੀਆਂ ਨੇ, ਔਰ ਉਹ ਜਿਹੜੀਆਂ ਨੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਵਾਂ। ਜਦੋਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਤਾਂ ਉਹਨਾਂ ਦੇ ਮੰਤਰੀ ਮੰਡਲ ਨੇ ਕਿਹਾ ਕਿ ਅਸੀਂ ਓਪਨ ਜਿਹੜੀ ਹੈ ਇੱਕ ਮੀਟਿੰਗ ਰੱਖਿਆ ਕਰਾਂਗੇ ਜਿਹਦੇ ਚ ਸਾਰੇ ਲੋਕ ਆ ਕੇ ਸਿੱਧੇ ਮੰਤਰੀਆਂ ਨੂੰ ਮਿਲ ਸਕਦੇ ਆ। ਬੜਾ ਅੱਛਾ ਲੱਗਿਆ, ਬੜੀ ਸੋਹਣੀ ਪਾਲਿਸੀ ਲੱਗੀ ਵੀ ਹਾਂ ਜੀ ਹੁਣ ਇਹਦਾ ਮਤਲਬ ਹੈ ਉਹ ਕਹਿੰਦੇ ਕਿ ਜਿਹੜੇ ਕਲਰਕ ਨੇ ਜਾਂ ਜਿਹੜੇ ਆਫੀਸਰਸ ਨੇ, ਜਿਹੜੇ ਆਈਏਐਸ ਤੁਹਾਨੂੰ ਹੈਰਾਨ ਕਰਦੇ ਆ, ਉਹਦੀ ਬਜਾਏ ਤੁਸੀਂ ਸਿੱਧਾ ਜੀ ਮੰਤਰੀ ਨੂੰ ਕਮਿਊਨੀਕੇਟ ਕਰੋ। ਉਹਨਾਂ ਨੇ ਪਹਿਲੀ ਮੀਟਿੰਗ ਰੱਖ ਲਈ, ਓਪਨ ਮੀਟਿੰਗ, ਔਰ ਉਹਦੇ ਵਿੱਚ ਪੂਰੀ ਦਿੱਲੀ ਦੇ ਨੀਅਰ ਅਬਾਊਟ 10 ਲੱਖ ਲੋਕ ਆ ਗਏ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਏਗਾ ਕਿ ਕੇਜਰੀਵਾਲ ਛੱਤ ਤੇ ਚੜ੍ਹ ਕੇ ਮਾਈਕ ਲੈ ਕੇ ਲੋਕਾਂ ਨੂੰ ਕਹਿ ਰਿਹਾ ਸੀਗਾ ਤੁਸੀਂ ਘਰ ਜਾਓ, ਇਸ ਤਰ੍ਹਾਂ ਮੀਟਿੰਗ ਨਹੀਂ ਹੋ ਸਕਦੀ। ਤਾਂ ਪ੍ਰੈਕਟੀਕੈਲਿਟੀ ਜਿਹੜੀ ਹੈ ਟੋਟਲੀ ਡਿਫਰ ਕਰਦੀ ਹੈ ਟੂ ਪਲਾਨ, ਔਰ ਉਹੀ ਸਾਡਾ ਸਾਈਕੋਲੋਜੀਕਲ ਬੈਰੀਅਰ ਰਹਿੰਦਾ ਹੈ। ਤੁਹਾਡਾ ਇਮੋਸ਼ਨ ਬੀਇੰਗ ਐਡਮਿਨਿਸਟ੍ਰੇਟਿਵ ਬੜਾ ਪਿਓਰ ਹੋ ਸਕਦਾ ਹੈ। ਯੂ ਮਾਈਟ ਬੀ ਕੰਸਰਨਡ ਅਬਾਊਟ ਯੂਅਰ ਸਟੇਕ ਹੋਲਡਰ। ਤੁਸੀਂ ਚਾਹੁੰਦੇ ਹੋ ਕਿ ਲੋਕਾਂ ਦਾ ਵੈਲਫੇਅਰ ਹੋਵੇ, ਪਰ ਉਸ ਨੂੰ ਐਕਚੁਅਲੀ ਇੰਪਲੀਮੈਂਟ ਕਰਨ ਦੀ ਜਿਹੜੀ ਪੋਜੀਸ਼ਨ ਹੈ ਉਹ ਕਲਰਕ ਦੀ ਹੈ। ਤਾਂ ਕਲਰਕ ਨੂੰ ਪਤਾ ਹੈ ਉਹਦੀਆਂ ਫੇਵਰੇਬਲ ਤੇ ਨਾਨ ਫੇਵਰੇਬਲ ਜਿਹੜੀਆਂ ਨੇ, ਅਨਫੇਵਰੇਬਲ ਜਿਹੜੀਆਂ ਨੇ ਓਪੋਜੀਸ਼ਨ ਨੇ। ਤਾਂ ਇਹ ਇੱਕ ਕੁਝ ਬੈਰੀਅਰਸ ਦੀ ਗੱਲ ਅਸੀਂ ਕੀਤੀ ਹੈ, ਔਰ ਇਹ ਬੈਰੀਅਰ ਨੂੰ ਤੁਸੀਂ ਉੱਥੇ ਆਪਣੇ ਜਿਹੜੇ ਕਲਾਸਰੂਮ ਟੀਚਿੰਗ ਵਾਲੇ ਬੈਰੀਅਰਸ ਨੇ ਉਹਨਾਂ ਵਿੱਚ ਵੀ ਪੜ੍ਹ ਸਕਦੇ ਹੋ। ਤਾਂ ਇਹ ਹੋਰ ਵੀ ਇਫੈਕਟਿਵ ਹੋ ਜਾਏਗਾ ਜਦੋਂ ਤੁਸੀਂ ਬੀਐਡ ਦੀ ਬੁੱਕ ਲੈ ਕੇ ਉਹਦੇ ਵਿੱਚੋਂ ਵਾਲੀਆ ਚੋਂ ਕੁਝ ਕਮਿਊਨੀਕੇਸ਼ਨ ਦੇ ਬੈਰੀਅਰ ਪੜ੍ਹ ਲਓਗੇ। ਪਰ ਅਸੀਂ ਐਡਮਿਨਿਸਟ੍ਰੇਟਿਵ ਜਿਹੜੇ ਨੇ ਉਹ ਡਿਸਕਸ ਕਰ ਲਿਆ। ਉਸ ਤੋਂ ਬਾਅਦ ਹੈ ਕਿ ਇਫੈਕਟਿਵ ਕਮਿਊਨੀਕੇਸ਼ਨ ਕਿਵੇਂ ਹੋ ਸਕਦੀ ਹੈ। ਇੱਕ ਤਾਂ ਫੋਲੋ ਅਪ ਜਿਹੜਾ ਹੈ, ਇੱਕ ਫਲੋ, ਇੱਕ ਤਾਂ ਫ੍ਰੀਕੁਐਂਟ ਜਿਹੜੀ ਹੈ ਤੁਹਾਨੂੰ ਕਮਿਊਨੀਕੇਟ ਕਰਨਾ ਪਏਗਾ। ਇਹ ਨਹੀਂ ਹੈ ਕਿ ਤੁਸੀਂ ਇੱਕ ਲੈਟਰ ਲਿਖ ਦਿੱਤਾ, ਮੁੜ ਕੇ ਸਾਲਾਂ ਤੱਕ ਤੁਸੀਂ ਉਸ ਨੂੰ ਫੋਲੋ ਅਪ ਨਹੀਂ ਕੀਤਾ, ਤਾਂ ਤੁਹਾਡੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਇਫੈਕਟਿਵ ਹੋ ਹੀ ਨਹੀਂ ਸਕਦੀ, ਕਿਉਂਕਿ ਲੋਕ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ। ਇਫ any head has a follow up that bent of mind, the habit of follow up, ਤਾਂ ਉਹ ਅੱਛਾ ਇਸ ਕਾਰਨ ਹੋ ਜਾਂਦਾ, ਔਰ ਉਹਦੇ ਕੰਮ ਇਸੇ ਕਾਰਨ ਜਿਹੜੇ ਆ ਉਹ ਟਾਈਮਲੀ ਹੁੰਦੇ ਆ, ਔਰ ਲੋਕ ਜਾਂ ਉਹਦੇ ਜਿਹੜੇ ਸਟੇਕ ਹੋਲਡਰ ਜਾਂ ਜਿਹੜੇ ਉਹਦੇ ਨਾਲ ਜੁੜੇ ਹੋਏ ਲੋਕ ਹੁੰਦੇ ਆ, ਜਿਹੜੇ ਉਹਨਾਂ ਤੋਂ ਸੇਵਾਵਾਂ ਲੈ ਰਹੇ ਹੁੰਦੇ ਆ, ਉਹ ਉਹਦੇ ਤੋਂ ਖੁਸ਼ ਰਹਿੰਦੇ ਆ, ਕਿਉਂਕਿ ਉਹ ਜੋ ਇੰਸਟਰਕਟ ਕਰਦਾ ਉਸ ਨੂੰ ਫੋਲੋ ਅਪ ਕਰਦਾ। ਮੇਰੇ ਪਹਿਲੇ ਜਿਹੜੇ ਪ੍ਰਿੰਸੀਪਲ ਸੀਗੇ ਮੈਡਮ, ਉਹ ਭਾਵੇਂ ਗੁਜਰਾਤ ਤੋਂ ਸੀਗੇ। ਸਾਡੇ ਉੱਥੇ ਲੈਂਗੁਏਜ ਦੀ ਪ੍ਰੋਬਲਮ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਬੜੀ ਸੀਗੀ, ਪਰ ਉਹਨਾਂ ਦੀ ਇੱਕ ਬੜੀ ਹੈਬਿਟ ਸੀ ਕਿ ਉਹ ਜਿਵੇਂ ਮੰਨ ਲਓ ਮੈਨੂੰ ਅੱਜ ਇੱਕ ਕੰਮ ਅਸਾਈਨ ਕੀਤਾ, ਤਾਂ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਮੈਂ 14 ਨਵੰਬਰ ਨੂੰ ਤੁਹਾਡੇ ਤੋਂ ਇਹ ਕੰਮ ਲੈਣਾ, ਤਾਂ ਉਹਨਾਂ ਨੇ ਮੈਨੂੰ ਕੰਮ ਜਿਹੜਾ ਸਾਈਨ ਕਰਨਾ ਉਹ ਅੱਜ ਦੀ ਡੇਟ 'ਚ ਨਹੀਂ ਲਿਖਣਾ। ਉਹਨਾਂ ਨੇ ਆਪਣੀ ਡਾਇਰੀ 'ਚ 14 ਨਵੰਬਰ 'ਚ ਲਿਖਣਾ ਕਿ ਡਾਕਟਰ ਸੁਰਿੰਦਰ ਸਿੰਘ ਐਲੋਕੇਟਡ ਦਿਸ ਵਰਕ ਐਂਡ ਹੀ ਹੈਵ ਟੂ ਸਬਮਿਟ ਟਿਲ ਦੈਟ। ਤਾਂ ਉਹਨਾਂ ਨੇ ਉਹ ਟਾਈਮ ਲਿਖ ਲੈਣਾ, ਤੇ ਜਿੱਦਣ 14 ਇੱਕ ਮਿੰਟ ਬਈ ਕਾਲਜ ਤੋਂ ਇੱਕ ਫੋਨ। ਹੈਲੋ, ਹਾਂਜੀ ਗੁਰਦੀਪ ਬੋਲੋ। ਗੁਰਦੀਪ, ਮੈਂ ਮੀਟਿੰਗ ਉਹ ਪੜ੍ਹਾ ਰਿਹਾ ਸੀ ਬੱਚਿਆਂ ਨੂੰ। ਸ਼ਨੀਵਾਰ ਆਉਣਾ ਸੀ? ਸ਼ਨੀਵਾਰ ਤਾਂ ਨਹੀਂ, ਸ਼ਨੀਵਾਰ ਹਾਲੇ ਕੋਈ ਦੱਸਿਆ ਹੀ ਨਹੀਂ ਸ਼ਨੀਵਾਰ ਹੁਣ ਆਉਣਾ ਕਿ ਨਹੀਂ ਆਉਣਾ। ਜੇ ਕਹਿਣਗੇ ਤਾਂ ਆ ਜਾਇਆ ਕਰਾਂਗੇ। ਓਕੇ। ਤਾਂ ਸਾਡੇ ਕੋਲ ਜਿਹੜਾ ਹੈ ਮੈਂ ਕੁਝ ਗੱਲ ਕਰ ਰਿਹਾ ਸੀ, ਮੈਂ ਭੁੱਲ ਗਿਆ ਯਾਰ ਕੀ ਗੱਲ ਕਰ ਰਿਹਾ। ਕੀ ਗੱਲ ਕਰ ਰਹੇ ਸੀ ਆਪਾਂ? सर आपकी प्रिंसिपल मैम ने आपको कोई वर्क असाइन किया था। ਫੋਲੋ ਅਪ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਤਾਂ ਇੱਕ ਅੱਛਾ ਜਿਹੜਾ ਲੀਡਰ ਹੈ ਉਹ ਹਮੇਸ਼ਾ ਜਦੋਂ ਕੰਮ ਅਸਾਈਨ ਕਰਦਾ ਉਹ ਉਸ ਡੇਟ ਨੂੰ ਨਹੀਂ ਮੈਂਸ਼ਨ ਕਰਦਾ, ਉਹ ਆਪਣੀ ਡਾਇਰੀ 'ਚ ਉਹ ਡੇਟ ਮੈਂਸ਼ਨ ਕਰਦਾ ਜਿੱਦਣ ਦੈਟ ਪਰਸਨ ਹੈਜ਼ ਟੂ ਸਬਮਿਟ ਦਾ ਦੈਟ ਟਾਸਕ।
ਤਾਂ ਉਹ ਜਿੱਦਣ ਉਹ ਫਾਈਨਲ ਰਿਪੋਰਟ ਲੈਣੀ ਹੁੰਦੀ ਹੈ, ਜਦੋਂ ਉਸ ਦਿਨ ਪਹੁੰਚਦੇ ਆ, ਉਹ ਆਪਣੀ ਡਾਇਰੀ ਦੇਖਦੇ ਆ, ਤਾਂ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਅੱਜ ਕਿਸ ਨੂੰ ਰਿਕਾਲ ਕਰਨਾ ਹੈ, ਕਿਸ ਪਰਸਨ ਨੂੰ ਕਾਲ ਕਰਨੀ ਹੈ, ਤੇ ਵਟ ਆਈ ਹੈਵ ਟੂ ਆਸਕ ਫਾਰ, ਤਾਂ ਉਹਨਾਂ ਨੂੰ ਪਤਾ ਹੈ। ਤਾਂ ਫੀਡਬੈਕ ਜਿਹੜੀ ਹੈ ਇਹ ਵੀ ਬਹੁਤ ਜ਼ਰੂਰੀ ਹੈ। ਜੋ ਲੋਕ ਕੰਮ ਕਰਦੇ ਆ, ਕੰਮ ਸਬਮਿਟ ਹੋ ਗਿਆ ਤਾਂ ਉਹਨਾਂ ਨੂੰ ਪ੍ਰੋਪਰ ਫੀਡਬੈਕ ਦੇਣੀ ਜ਼ਰੂਰੀ ਹੁੰਦੀ ਹੈ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਅਸੀਂ ਕੀ ਗਲਤ ਕੀਤਾ ਕਿ ਠੀਕ ਕੀਤਾ। ਇਹੀ ਸਾਡੀ ਅਸਾਈਨਮੈਂਟਸ ਨਾਲ ਵੀ ਹੈ। ਜੇ ਅਸਾਈਨਮੈਂਟ ਤੁਸੀਂ ਚੈੱਕ ਕਰਕੇ ਵਾਪਸ ਨਹੀਂ ਕਰਦੇ ਤਾਂ ਫਿਰ ਵੀ ਉਹਦਾ ਇਫੈਕਟ ਖਤਮ ਹੋ ਜਾਂਦਾ। ਟੂ ਵੇ ਕਮਿਊਨੀਕੇਸ਼ਨ ਹੋਣੀ ਜ਼ਰੂਰੀ ਹੈ। ਲੈਂਗੁਏਜ ਤੇ ਤੁਸੀਂ ਕੰਮ ਕਰੋ, ਠੀਕ ਹੈ। ਇੱਕ ਬਹੁਤ ਵੱਡਾ ਜ਼ਰੂਰੀ ਹੈ ਕਿ ਤੁਹਾਡੀ ਅੱਧੀ ਸਕਸੈਸ ਇਸ ਚੀਜ਼ ਹੈ ਕਿ ਲਿਸਨਿੰਗ ਐਬਿਲਿਟੀ ਹੈ ਕਿ ਨਹੀਂ। ਆਰ ਯੂ ਹੈਵ ਦੈਟ ਪੇਸ਼ੈਂਸ ਆਫ ਲਿਸਨਿੰਗ ਦ ਪੀਪਲ। ਤੁਹਾਡੇ ਉਹ ਅਧਿਕਾਰੀ ਜਾਂ ਉਹ ਡਾਕਟਰ ਸਭ ਤੋਂ ਸਕਸੈਸਫੁਲ ਮੰਨਿਆ ਜਾਂਦਾ ਜਿਹਦੇ ਕੋਲ ਸੁਣਨ ਦੀ ਆਦਤ ਹੈ। ਮੈਨੂੰ ਯਾਦ ਆਉਂਦਾ, ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਮੇਰੇ ਦਾਦੀ ਜੀ ਇੱਕ ਵਾਰ ਬਿਮਾਰ ਹੋ ਗਏ ਤੇ ਅਸੀਂ ਕਿਸੇ ਡਾਕਟਰ ਕੋਲ ਚਲੇ ਗਏ ਨੀਅਰ ਬਾਏ, ਤਾਂ ਡਾਕਟਰ ਅੱਛਾ ਸੀਗਾ, ਬਹੁਤ ਪੁਰਾਣਾ ਡਾਕਟਰ ਸੀਗਾ, ਸਾਡਾ ਫੈਮਿਲੀ ਡਾਕਟਰ ਵੀ ਸੀਗਾ, ਪਰ ਉਹ ਡਾਕਟਰ ਜਿਹੜਾ ਸੀ ਇੰਨਾ ਐਕਸਪੀਰੀਅੰਸ ਸੀ ਕਿ ਓਵਰ ਕੌਨਫੀਡੈਂਟ ਹੋ ਚੁੱਕਾ ਸੀ। ਉਹ ਮਤਲਬ ਪਰਸਨ ਦੇ ਸਿੰਪਟਮ ਦੇਖ ਕੇ ਉਹਨੂੰ ਪਤਾ ਲੱਗ ਜਾਂਦਾ ਸੀ ਬਿਮਾਰੀ ਦਾ। ਦਾਦੀ ਜੀ ਨੇ ਕੋਈ ਗੱਲ ਦੱਸਣੀ ਸ਼ੁਰੂ ਕੀਤੀ, ਮੈਨੂੰ ਆਹ ਸਿੰਪਟਮ ਨੇ, ਆਹ ਪ੍ਰੋਬਲਮ ਹੈ। ਉਹਨੇ ਸੁਣਿਆ ਘੱਟ, ਉਹਨੇ ਦਵਾਈ ਲਿਖ ਦਿੱਤੀ ਤੇ ਮੈਂ ਦਵਾਈ ਲੈ ਲਈ, ਲੈ ਕੇ ਘਰ ਆ ਗਏ। ਤੇ ਹਾਲਾਂਕਿ ਉਹ 7 ਦਿਨਾਂ ਦੀ ਸੀ, 2 ਦਿਨ ਖਾਣ ਤੋਂ ਬਾਅਦ ਆਦੀ ਮੈਨੂੰ ਕੋਈ ਅਸਰ ਨਹੀਂ ਹੋਇਆ, ਮੈਨੂੰ ਕਿਤੇ ਹੋਰ ਲੈ ਜਾਓ। ਤੇ ਮੈਂ ਭੰਗੂ ਹਸਪੀਟਲ ਸਾਡੇ ਦਰਾਹੇ ਆ, ਮੈਂ ਭੰਗੂ ਹਸਪੀਟਲ ਲੈ ਗਿਆ। ਔਰ ਭੰਗੂ ਹਸਪੀਟਲ ਦੇ ਜਿਹੜੇ ਡਾਕਟਰ ਨੇ ਉਹ ਆਰਮੀ ਚੋਂ ਆਏ ਹੋਏ ਨੇ, ਜਿਹੜੇ ਉਹ ਹੁਣ ਤਾਂ ਮੈਨੂੰ ਸ਼ਾਇਦ ਐਕਸਪਾਇਰ ਹੋ ਗਏ। ਉਸ ਪਰਸਨ ਦੀ ਇੱਕੋ ਹੀ ਹੈਬਿਟ ਸੀ, ਉਹ ਬਹੁਤ ਧਿਆਨ ਨਾਲ ਤੇ ਬੜਾ ਟਾਈਮ ਦੇ ਕੇ ਪੇਸ਼ੈਂਟ ਨੂੰ ਸੁਣਦਾ। ਦਾਦੀ ਨੇ ਜਾ ਕੇ ਬਿਠਾਇਆ, ਦਾਦੀ ਨੇ 15 ਮਿੰਟ ਲਗਾਏ, ਉਹਨਾਂ ਨੇ ਆਪਣੀ ਗੱਲ 2-3 ਵਾਰ ਰਿਪੀਟ ਕਰਕੇ ਦੱਸ। ਉਹਨਾਂ ਨੇ 5 ਰੁਪਏ ਦੀ ਕੋਈ ਮੈਡੀਸਨ ਲਿਖੀ, ਉਹ ਕਹਿੰਦੇ ਵੀ 3 ਦਿਨ ਤੁਸੀਂ ਸ਼ਾਮ ਨੂੰ ਖਾਣੇ ਤੋਂ ਬਾਅਦ ਲੈ ਲਓ। ਤੇ ਤੀਸਰੇ ਦਿਨ ਦਾਦੀ ਠੀਕ ਹੋ ਗਏ। ਤੇ ਅਗਲੀ ਵਾਰ ਮੈਂ ਗਿਆ ਤਾਂ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਦੇਖੋ ਉਹਨਾਂ ਨੇ ਸਾਨੂੰ ਇੰਨੀ ਮਹਿੰਗੀ ਦਵਾਈ ਲਿਖੀ, ਤੁਸੀਂ ਇੰਨੀ। ਕਹਿੰਦਾ ਇਹਨਾਂ ਨੂੰ ਦਵਾਈ ਦੀ ਘੱਟ ਸੀ, ਇਹਨਾਂ ਨੂੰ ਸੁਣਨ ਦੀ ਜ਼ਿਆਦਾ ਜ਼ਰੂਰਤ ਸੀ। ਤਾਂ ਉਹ ਸੁਣਨਾ ਬਹੁਤ ਜ਼ਰੂਰੀ ਹੈ। ਅੱਧੀਆਂ ਸਮੱਸਿਆਵਾਂ ਇਸ ਨਾਲ ਸੋਲਵ ਹੋ ਜਾਂਦੀਆਂ ਨੇ ਬੀਇੰਗ ਐਡਮਿਨਿਸਟ੍ਰੇਟਰ, ਕਿ ਤੁਸੀਂ ਲੋਕਾਂ ਨੂੰ ਸੁਣਦੇ ਹੋ। ਅਸਲ 'ਚ ਗਰਜਸ ਹੁੰਦੇ ਆ ਲੋਕਾਂ ਦੇ, ਸਮੱਸਿਆ ਨਹੀਂ ਹੁੰਦੀ। ਸਮੱਸਿਆ ਨਹੀਂ ਹੁੰਦੀ, ਸਾਡੇ ਸਾਈਕੋਲੋਜੀਕਲ ਇਗਨੋਰੈਂਸ ਜਾਂ ਜਿਹੜਾ ਅਸੀਂ ਇਗਨੋਰ ਕੀਤਾ ਜਾਂਦਾ ਲੋਕਾਂ ਨੂੰ, ਉਹ ਵੱਡਾ ਈਗੋ ਦਾ ਮਸਲਾ ਹੁੰਦਾ। ਤਾਂ ਸਾਨੂੰ ਸੁਣਨਾ ਜ਼ਰੂਰੀ ਚਾਹੀਦਾ। ਔਰ ਇਮੋਸ਼ਨ ਜਿਹੜੇ ਨੇ ਉਹਨਾਂ ਨੂੰ ਅਸੀਂ ਪ੍ਰੋਫੈਸ਼ਨ 'ਚ ਜਦੋਂ ਜਿਹੜਾ ਹੈ ਬੈਲੈਂਸ ਕਰ ਪਾਈਏ, ਤਾਂ ਫਿਰ ਅਸੀਂ ਬਹੁਤ ਪੋਜ਼ਿਟਿਵ ਜਿਹੜਾ ਹੈ ਰਿਜ਼ਲਟ ਲੈ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ। ਨਾਨ ਵਰਬਲ ਔਰ ਸਿਗਨਲ ਆਫ ਕੰਪਲਾਇੰਸ। ਅਸੀਂ ਕਹਿੰਦੇ ਹਾਂ ਵੀ ਸਾਨੂੰ ਕਈ ਵਾਰ ਵਰਬਲ ਨਾ ਵੀ ਹੋ ਕੇ ਨਾਨ ਵਰਬਲ, ਤਾਂ ਜਦੋਂ ਤੁਹਾਨੂੰ ਕੋਈ ਗੱਲ ਕਹਿ ਰਿਹਾ ਹੋਵੇ, ਠੀਕ ਹੈ, ਖਾਸ ਤੌਰ ਤੇ ਜਦੋਂ ਤੁਸੀਂ ਸੁਣ ਰਹੇ ਹੋ, ਤੇ ਜੇ ਤੁਸੀਂ ਕੋਈ ਬੋਲ ਰਿਹਾ ਤੇ ਤੁਸੀਂ ਕੁਝ ਹੋਰ ਕਰ ਰਹੇ ਹੋ, ਮੀਨ ਤੁਹਾਨੂੰ ਬੀਇੰਗ ਹੈਡ ਤੁਹਾਡੇ ਕੋਲ ਕੋਈ ਆਇਆ ਆਪਣੇ ਪਰਸਨਲ ਗਰਜ ਲੈ ਕੇ, ਦੈਟ ਪਰਸਨ ਇਜ਼ ਕੰਪਲੇਨਿੰਗ, ਤੇ ਤੁਸੀਂ ਆਪਣੀ ਡਾਇਰੀ 'ਚ ਕੋਈ ਨੋਟ ਲੈ ਰਹੇ ਹੋ, ਤੁਸੀਂ ਕੋਈ ਲੈਟਰ ਸਾਈਨ ਕਰ ਰਹੇ ਹੋ, ਤੁਸੀਂ ਕੋਈ ਇੰਸਟਰਕਸ਼ਨ ਨਾਲ ਪੈਰਲਲ ਦੇਈ ਜਾ ਰਹੇ ਹੋ, ਦੈਟ ਮੀਨ ਦੈਟ ਇਜ਼ ਨਾਟ ਅ ਪ੍ਰੋਪਰ ਵੇ ਆਫ ਲਿਸਨਿੰਗ, ਹਨਾ। ਉਹ ਗ੍ਰੀਵੈਂਸਸ ਬਣ ਜਾਂਦੇ ਆ। ਤਾਂ ਕੰਪਲਾਇੰਸ ਇਸ ਚੀਜ਼ 'ਚ ਹੈ ਕਿ ਤੁਸੀਂ ਪ੍ਰੋਪਰ ਜਿਹੜਾ ਹੈ, ਜਦੋਂ ਕੋਈ ਸੁਣਾ ਰਿਹਾ ਹੋਵੇ ਤੁਸੀਂ ਉਸ ਨੂੰ ਸੁਣੋ। ਅਗਲਾ ਹੈ ਕਿ ਮਿਊਚੁਅਲ ਟਰਸਟ ਜ਼ਰੂਰ ਬਣਾ ਕੇ ਰੱਖੋ। ਲੋਕਾਂ ਨਾਲ ਜਦੋਂ ਕਮਿਊਨੀਕੇਟ ਕਰਦੇ ਹੋ, ਤਾਂ ਜਿੰਨਾ ਚਿਰ ਟਰਸਟ ਨਹੀਂ ਹੈ ਤੁਹਾਡੇ ਤੋਂ, ਖਾਸ ਤੌਰ ਤੇ ਤੁਹਾਡੇ ਜੂਨੀਅਰਸ ਤੇ ਤੁਹਾਨੂੰ ਟਰਸਟ ਨਹੀਂ ਹੈ, ਉਦੋਂ ਚਿਰ ਤੱਕ ਤੁਸੀਂ ਅੱਛੇ ਐਡਮਿਨਿਸਟ੍ਰੇਟਰ ਨਹੀਂ ਹੋ ਸਕਦੇ। ਦਿਸ ਇਜ਼ ਆਲ ਅਬਾਊਟ ਕਮਿਊਨੀਕੇਸ਼ਨ। ਕੋਈ ਪ੍ਰੋਬਲਮ, ਕੋਈ ਕਮੀ, ਕੋਈ ਕੁਐਸਚਨ ਹੋਵੇ ਤਾਂ ਦੇਖ ਲਓ, ਅਦਰਵਾਈਜ਼ ਅਸੀਂ ਅਗਲੇ ਦਿਨ ਜਿਹੜਾ ਹੈ ਉਹ ਕੁਝ ਹੋਰ ਗੱਲ ਕਰਾਂਗੇ। ਤੇ ਕਾਫੀ ਲੈਂਥੀ ਟੌਪਿਕ ਹੈ ਇੱਕ ਇਹ, ਔਰ ਇੱਕ ਜਿਹੜਾ ਅਗਲਾ ਅਸੀਂ ਮੋਟੀਵੇਸ਼ਨ ਕਰ ਰਹੇ ਹਾਂ, ਸਭ ਤੋਂ ਲੈਂਥੀ ਹੈ ਮੋਟੀਵੇਸ਼ਨ। ਉਹਦੇ 'ਚ 12 ਤੱਕ ਹੀ ਸਰ ਇਹ ਫੁੱਲ ਫਲੈਜ ਕੁਐਸਚਨ ਆਊਗਾ? ਬੱਚੇ ਕਈ ਤਰ੍ਹਾਂ ਨਾਲ ਆ ਜਾਂਦਾ ਹੈ। ਕਦੇ ਤਾਂ ਆ ਜਾਂਦਾ ਹੈ ਵਾਟ ਆਰ ਦ ਮੈਥਡਸ ਆਫ ਕਮਿਊਨੀਕੇਸ਼ਨ, ਜਿਹੜੇ ਆਪਾਂ ਹੁਣੇ ਗੱਲ ਕਰ ਰਹੇ ਸੀ, ਹਨਾ। ਕਦੇ ਆ ਜਾਏਗਾ ਵਾਟ ਇਜ਼ ਮੀਨ ਬਾਈ ਕਮਿਊਨੀਕੇਸ਼ਨ, ਵਾਟ ਆਰ ਦ 7 C's ਐਂਡ ਡਿਸਕਸ ਦ ਪ੍ਰਿੰਸੀਪਲਸ। ਅਲੱਗ-ਅਲੱਗ ਤਰ੍ਹਾਂ ਨਾਲ ਕੋਈ ਵੀ ਆ ਸਕਦਾ ਹੈ। ਕਦੇ ਆ ਜਾਏਗਾ ਵਾਟ ਆਰ ਦ ਪ੍ਰਿੰਸੀਪਲ ਐਂਡ ਬੈਰੀਅਰਸ ਆਫ, ਹਨਾ, ਹਾਊ ਟੂ ਮੇਕ ਦ ਕਮਿਊਨੀਕੇਸ਼ਨ ਇਫੈਕਟਿਵ। ਤਾਂ ਇਹ ਅਲੱਗ-ਅਲੱਗ ਤਰ੍ਹਾਂ ਨਾਲ ਆਏਗਾ। ਮੈਂ ਇਸੇ ਕਰਕੇ ਸਾਰਾ ਦੱਸ ਦਿੱਤਾ। 3 ਕੁਐਸਚਨ ਇਹਦੇ ਚੋਂ 4 ਕੁਐਸਚਨ ਬਣ ਸਕਦੇ ਆ, ਔਰ ਇਸ ਨੂੰ ਉਸੇ ਢੰਗ ਨਾਲ ਤੁਸੀਂ ਲੈਣ ਦੀ ਕਰਨੀ ਹੈ। ਕਦੇ ਇਹ ਵੀ ਆ ਜਾਏਗਾ ਨੇਚਰ ਕੀ ਹੈ, ਜਾਂ ਕਦੇ ਆ ਜਾਏਗਾ ਇਹਦੇ ਨੈਟਵਰਕਸ ਕੀ ਨੇ, ਕਦੇ ਆ ਜਾਏਗਾ ਇਹਦਾ ਜਿਹੜਾ ਹੈ ਮਾਡਲਸ ਕੀ ਨੇ। ਕੋਈ ਕੁਐਸਚਨ ਆ ਜਾਵੇ ਤੁਹਾਡੇ ਵਾਸਤੇ, ਤੁਹਾਨੂੰ ਸਾਰੇ ਜਿਹੜਾ ਹੈ ਦੱਸ ਦਿੱਤਾ। ਹੁਣ ਮੈਂ ਇਹ ਪ੍ਰੈਡਿਕਟ ਨਹੀਂ ਕਰ ਸਕਦਾ ਕੀ ਕੁਐਸਚਨ ਆਏਗਾ। ਖਾਸ ਤੌਰ ਤੇ ਐਮਐਡ ਤੇ ਰਿਪੀਟ ਨਹੀਂ ਹੁੰਦੇ ਕੁਐਸਚਨ, ਇਸ ਕਰਕੇ ਪ੍ਰੈਡਿਕਸ਼ਨ ਇਜ਼ ਨਾਟ ਪੋਸੀਬਲ। ਸਮਝ ਗਏ?